केंद्र सरकार ਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ। ਪੰਜਾਬ ਮੋਹਰੀ ਸੂਬਾ ਰਿਹਾ A++ ਗ੍ਰੇਡਿੰਗ ਮਿਲੀ ਹੈ ਸਿੱਖਿਆ ਖੇਤਰ ਦੇ ਵਿੱਚ। ਤੁਹਾਨੂੰ ਕੀ ਲੱਗਦਾ ਕਿੰਨੀ ਕੁ ਸੱਚਾਈ ਇਹਦੇ ਵਿੱਚ? ਬਹੁਤ ਸਾਰੀਆਂ ਹੋਰ ਰਿਪੋਰਟਾਂ ਐਜੂਕੇਸ਼ਨ ਬਾਰੇ ਬਣਦੀਆਂ ਨੇ, ਹੈਲਥ ਬਾਰੇ ਬਣਦੀਆਂ ਨੇ। ਇਹ ਰਿਪੋਰਟਾਂ ਆਪਣੇ ਆਪ 'ਚ ਬਹੁਤ ਸਾਰਾ ਕੁਝ ਢੱਕਣ ਲਈ ਹੁੰਦੀਆਂ। ਬਜਟ ਲਗਾਤਾਰ ਘਟ ਰਿਹਾ ਪੰਜਾਬ ਦੀ ਐਜੂਕੇਸ਼ਨ ਦਾ ਕਿ 8ਵੀਂ ਦੇ 16% ਬੱਚਿਆਂ ਨੂੰ ਦੂਜੀ ਜਮਾਤ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ। ਇਹ ਸਾਡੀ ਐਜੂਕੇਸ਼ਨ ਦਾ ਸਟੈਂਡਰਡ ਹੈ। ਗੱਲ ਕੁਆਂਟੀਟੀ ਆਫ ਐਜੂਕੇਸ਼ਨ ਦੀ ਨਹੀਂ ਆ, ਇਹਦੀ ਰਿਪੋਰਟ ਹੈ ਕੁਆਂਟੀਟੀ ਆਫ ਐਜੂਕੇਸ਼ਨ ਦੀ ਗੱਲ ਕਰ ਰਹੀ ਹੈ। ਐਨੂਅਲ ਸਟੇਟਸ ਰਿਪੋਰਟ ਕਹਿ ਰਹੀ ਹੈ ਕਿ 60% ਬੱਚਿਆਂ ਤੋਂ ਪੰਜਾਬੀ ਦਾ ਤੀਜੀ ਦਾ ਟੈਸਟ ਪਾਸ ਨਹੀਂ। ਗਿਣਾਤਮਕ ਹੋਗੀ, ਗੁਣਾਤਮਕ ਨਹੀਂ ਆ, ਗਿਣਤੀ ਦੀ ਹੋਗੀ। ਆਖਰ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਵਿੱਚ ਬੈਲੈਂਸ ਕਿਉਂ ਨਹੀਂ ਬਣ ਸਕਿਆ? ਪ੍ਰਾਈਵੇਟ ਇੰਸਟੀਟਿਊਸ਼ਨ ਨੇ ਬਹੁਤ ਤਕੜੇ ਨੇ, ਉਹਨਾਂ ਦੀਆਂ ਸੈਟਿੰਗਾਂ ਵੀ ਹੁੰਦੀਆਂ ਨੇ ਮੰਤਰੀਆਂ ਨਾਲ, ਸਰਕਾਰਾਂ ਦੇ ਨਾਲ। ਸਰਕਾਰਾਂ ਹੀ ਸਰਕਾਰਾਂ ਨੂੰ ਖੁਸ਼ ਕਰ ਰਹੀਆਂ ਨੇ। ਸਾਡੀ ਜਿਹੜੀ ਪੂਰੀ ਐਜੂਕੇਸ਼ਨ ਹੈ ਉਹ ਟ੍ਰੇਨਿੰਗ ਸਿਸਟਮ ਹੈ। ਕੇਂਦਰ ਸਰਕਾਰ ਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ। ਪੰਜਾਬ ਮੋਹਰੀ ਸੂਬਾ ਰਿਹਾ A++ ਗ੍ਰੇਡਿੰਗ ਮਿਲੀ ਹੈ ਸਿੱਖਿਆ ਖੇਤਰ ਦੇ ਵਿੱਚ। ਤੁਹਾਨੂੰ ਕੀ ਲੱਗਦਾ ਕਿੰਨੀ ਕੁ ਸੱਚਾਈ ਇਹਦੇ ਵਿੱਚ? ਕੇਂਦਰ ਦੇ ਵੱਲੋਂ ਪੰਜਾਬ ਨੂੰ ਸਕੂਲੀ ਸਿੱਖਿਆ ਖੇਤਰ ਦੇ ਵਿੱਚ ਮੋਹਰੀ ਸੂਬਾ ਐਲਾਨਿਆ ਗਿਆ। ਗ੍ਰੇਡਿੰਗ ਇੰਡੈਕਸ ਦੇ ਵਿੱਚ ਪੰਜਾਬ ਨੂੰ A++ ਗ੍ਰੇਡ ਮਿਲੀ ਹੈ। ਆਖਿਰ ਅੰਕੜੇ ਕੀ ਕਹਿੰਦੇ ਨੇ, ਪੰਜਾਬ ਦੇ ਅੰਕੜੇ ਕੀ ਕਹਿੰਦੇ ਨੇ, ਇਸ ਦੇ ਪਿੱਛੇ ਸੱਚਾਈ ਕਿੰਨੀ ਕੁ ਹੈ? ਇਸੇ ਮੁੱਦੇ ਨੂੰ ਹੀ ਅੱਜ ਡੀਕੋਡ ਕਰਦੇ ਹਾਂ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ, ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ। ਤਾਂ ਯਾਦਵਿੰਦਰ ਜੀ, ਕੇਂਦਰ ਸਰਕਾਰ ਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ। ਪੰਜਾਬ ਮੋਹਰੀ ਸੂਬਾ ਰਿਹਾ A++ ਗ੍ਰੇਡਿੰਗ ਮਿਲੀ ਹੈ ਸਿੱਖਿਆ ਖੇਤਰ ਦੇ ਵਿੱਚ। ਤੁਹਾਨੂੰ ਕੀ ਲੱਗਦਾ ਕਿੰਨੀ ਕੁ ਸੱਚਾਈ ਇਹਦੇ ਵਿੱਚ? ਦੇਖੋ, ਜਿਹੜਾ ਮਾਡਲ ਆ ਕੇਂਦਰ ਸਰਕਾਰ ਦਾ, ਉਹਨੇ ਆਪਣੇ ਤਰੀਕੇ ਨਾਲ ਇਹਦੀ ਵਿਆਖਿਆ ਕਰਨੀ ਹੈ। ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਪਿਛਲੇ ਦੌਰ 'ਚ ਐਜੂਕੇਸ਼ਨ ਦਾ ਬੁਰਾ ਹਾਲ ਹੋਇਆ, ਖਾਸ ਤੌਰ ਦੇ ਉੱਤੇ ਜਿਹੜੀ ਸਾਡੀ ਪ੍ਰਾਇਮਰੀ ਐਜੂਕੇਸ਼ਨ ਆ, ਜਿਹੜੀ ਸਾਡੀ ਸਭ ਤੋਂ ਵੱਡੀ ਜੜ ਲਾਉਂਦੀ ਹੈ, ਜਿਹੜੀ ਜੜ ਲੱਗਣ ਤੋਂ ਬਾਅਦ ਹੀ ਸਾਡਾ ਸਮਾਜ ਅੱਗੇ ਸਿੱਖਿਅਤ ਹੁੰਦਾ। ਜਿਹੜੇ ਸਿੱਖਿਅਤ ਸਮਾਜ ਨੇ ਉਹ ਹਮੇਸ਼ਾ ਇੱਕ ਵਧੀਆ ਤਰੀਕੇ ਨਾਲ ਅੱਗੇ ਵਧਦੇ ਨੇ। ਪਰ ਪਿਛਲੇ ਦੌਰ 'ਚ ਕੀ ਹੋਇਆ, ਖਾਸ ਤੌਰ ਦੇ ਉੱਤੇ ਗਲੋਬਲਾਈਜੇਸ਼ਨ ਤੋਂ ਬਾਅਦ, ਜੇ ਅਸੀਂ ਕਹੀਏ 1980 ਤੋਂ ਬਾਅਦ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਆਈਆਂ, ਉਹਨਾਂ ਜਿਹੜੇ ਇਹਦੇ 'ਚ ਵੀ ਸ਼ਬਦ ਵਰਤਿਆ ਗਿਆ ਸੁਧਾਰ, ਸਿੱਖਿਆ 'ਚ ਜਿਹੜੇ ਸੁਧਾਰ ਹੋਏ, ਤਾਂ ਉਹਨਾਂ ਸੁਧਾਰਾਂ ਦੇ ਜ਼ਰੀਏ ਉਹ ਸੁਧਾਰ ਕੀ ਨੇ? ਯਾਨੀ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਾਈਵੇਟ ਪਲੇਅਰ ਵੀ ਆਏ, ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਜਨਤਕ ਖੇਤਰ ਦੀ ਐਜੂਕੇਸ਼ਨ ਸੀ, ਯਾਨੀ ਜਿਹੜੇ ਸਰਕਾਰੀ ਐਜੂਕੇਸ਼ਨ ਸੀ, ਜਿਸ 'ਚ ਗਰੀਬ ਬੱਚਾ, ਇੱਕ ਗਰੀਬ ਤੋਂ ਗਰੀਬ ਪਰਿਵਾਰ ਦਾ ਬੱਚਾ, ਇੱਕ ਦਲਿਤ ਪਰਿਵਾਰ ਦਾ ਬੱਚਾ, ਪਛੜਿਆ ਬੱਚਾ ਪੜ੍ਹ ਕੇ ਆ ਕੇ ਕਿਸੇ ਥਾਂ 'ਤੇ ਨੌਕਰੀ ਕਰਦਾ ਸੀ, ਅੱਗੇ ਵੱਧਦਾ ਸੀਗਾ। ਉਹਦੇ ਉੱਤੇ ਰੋਕ ਲੱਗੀ ਕਿਤੇ ਨਾ ਕਿਤੇ। ਔਰ ਹਾਲ ਇਹ ਹੋ ਗਿਆ ਕਿ ਸਾਡੇ ਸਰਕਾਰੀ ਸਕੂਲਾਂ ਦਾ ਹਾਲ ਇਹ ਆ, ਔਰ ਇਹ ਕੋਈ ਕਹਿਣ ਦੀ ਗੱਲ ਨਹੀਂ, ਇਹ 'ਚ ਕੋਈ ਸਰਵੇ ਦੀ ਲੋੜ ਨਹੀਂ। ਤੁਸੀਂ ਸਾਰੇ ਪਿੰਡਾਂ 'ਚ ਆਪਣੇ 'ਚ ਬੈਠੇ ਉੱਥੇ ਨਜ਼ਰ ਮਾਰ ਲਓ। ਸਰਕਾਰੀ ਜਿਹੜੇ ਪ੍ਰਾਇਮਰੀ ਸਕੂਲ ਨੇ ਉਹਨਾਂ 'ਚ ਕਿੰਨਾਂ ਦੇ ਬੱਚੇ ਪੜ੍ਹ ਰਹੇ ਨੇ? ਉਹਨਾਂ 'ਚ ਦਲਿਤ ਭਾਈਚਾਰੇ ਦੇ ਬੱਚੇ ਪੜ੍ਹਦੇ ਨੇ ਜ਼ਿਆਦਾਤਰ। ਮਤਲਬ ਜੇ 100 ਬੱਚਾ ਪੜ੍ਹ ਰਿਹਾ ਤਾਂ 80 ਬੱਚੇ ਦਲਿਤ ਭਾਈਚਾਰੇ ਦੇ ਪੜ੍ਹ ਰਹੇ ਨੇ। ਯਾਨੀ ਜਨਰਲ ਕਾਸਟ ਦੇ ਬੱਚੇ ਪੜ੍ਹਾ ਨਹੀਂ ਰਹੇ। ਕਿਉਂ? ਕਿਉਂਕਿ ਉਹਨਾਂ ਨੂੰ ਲੱਗਦਾ ਇਹ ਐਜੂਕੇਸ਼ਨ ਸਿਸਟਮ ਵਧੀਆ ਨਹੀਂ ਹੈ। ਯਾਨੀ ਸਾਡੀ ਪ੍ਰਾਇਮਰੀ ਐਜੂਕੇਸ਼ਨ, ਸਾਡੀ ਮਿਡਲ ਤੱਕ ਦੀ ਐਜੂਕੇਸ਼ਨ ਸਰਕਾਰੀ ਸਕੂਲਾਂ 'ਚ ਹੋਣ ਲਾਇਕ ਨਹੀਂ ਆ। ਇੱਥੋਂ ਤੱਕ ਕਿ ਆਪਾਂ ਟੀਚਰਾਂ ਦੀ ਗੱਲ ਕਰੀਏ, ਜਿਹੜੇ ਸਰਕਾਰੀ ਟੀਚਰ ਨੇ ਜਾਂ ਸਰਕਾਰੀ ਪ੍ਰਿੰਸੀਪਲ ਨੇ, ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਂਦੇ ਆ? ਆਪਾਂ ਵੈਸਟ ਦੀਆਂ ਗੱਲਾਂ ਕਰਦੇ ਹਾਂ, ਯੂਰਪ ਦੀਆਂ ਗੱਲਾਂ ਕਰਦੇ, ਇੱਥੇ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਦਾ ਬੱਚਾ ਵੀ ਉੱਥੇ ਹੀ ਪੜ੍ਹ ਰਿਹਾ, ਦੂਜਿਆਂ ਦਾ ਵੀ ਉੱਥੇ ਹੀ ਪੜ੍ਹ ਰਿਹਾ। ਇਲਾਹਾਬਾਦ ਹਾਈ ਕੋਰਟ ਦੀ ਇੱਕ ਜੱਜਮੈਂਟ ਆਈ ਸੀ ਇਸ ਗੱਲ ਦੇ ਉੱਤੇ। ਇਲਾਹਾਬਾਦ ਹਾਈ ਕੋਰਟ ਨੇ ਕਿਹਾ ਸੀ ਕਿ ਆਮ ਬੱਚਾ ਵੀ ਤੇ ਖਾਸ ਬੱਚੇ ਵੀ, ਯਾਨੀ ਜਿਹੜੇ ਖਾਸ ਪਰਿਵਾਰਾਂ ਦੇ ਆਪਦੇ ਆਪ ਨੂੰ ਕਹਿੰਦੇ ਨੇ, ਹਾਲਾਂਕਿ ਲੋਕਤੰਤਰ 'ਚ ਨਹੀਂ ਹੁੰਦਾ, ਪਰ ਓਬਵੀਅਸਲੀ ਆ ਅਮੀਰੀ ਗਰੀਬੀ ਦਾ ਪਾੜਾ ਹੈਗਾ ਔਰ ਬਹੁਤ ਕੁਛ ਹੈਗਾ ਇਸ ਤਰ੍ਹਾਂ ਦਾ, ਉਹ ਇੱਕੋ ਥਾਂ 'ਤੇ ਕਿਉਂ ਨਹੀਂ ਪੜ੍ਹਦੇ, ਇੰਪਲੀਮੈਂਟ ਕਿਉਂ ਨਹੀਂ ਹੁੰਦਾ? ਤਾਂ ਅਸੀਂ ਉੱਥੋਂ ਹਾਲਾਤ ਦਾ ਅੰਦਾਜ਼ਾ ਲਾ ਸਕਦੇ ਹਾਂ। ਇਹ ਰਿਪੋਰਟਾਂ ਬਣਦੀਆਂ ਨੇ ਨਾ, ਸਰਕਾਰ ਦੀਆਂ ਬਣਨ, ਬਹੁਤ ਸਾਰੀਆਂ ਹੋਰ ਰਿਪੋਰਟਾਂ ਐਜੂਕੇਸ਼ਨ ਬਾਰੇ ਬਣਦੀਆਂ ਨੇ, ਹੈਲਥ ਬਾਰੇ ਬਣਦੀਆਂ ਨੇ। ਇਹ ਰਿਪੋਰਟਾਂ ਆਪਣੇ ਆਪ 'ਚ ਬਹੁਤ ਸਾਰਾ ਕੁਛ ਢੱਕਣ ਲਈ ਹੁੰਦੀਆਂ ਨੇ। ਨੰਬਰ 1 ਪੰਜਾਬ ਨੂੰ ਕੱਢਤਾ ਤੁਸੀਂ, ਜਾਂ ਬਾਕੀ ਸੂਬਿਆਂ ਦੀ ਤੁਸੀਂ ਗੱਲ ਕਰ ਰਹੇ ਹੋ। ਪੰਜਾਬ ਦੇ ਅੰਦਰ ਜਾ ਕੇ ਜਿਹੜੇ ਇਸ ਤਰ੍ਹਾਂ ਦੇ ਸਕੂਲ ਨੇ ਉਹਨਾਂ ਦਾ ਹਾਲ ਜਾ ਕੇ ਦੇਖੋ। ਮੇਰਾ ਇਹ ਮੰਨਣਾ ਕਿ ਜਦੋਂ ਤੱਕ ਸਾਡੀ ਪ੍ਰਾਇਮਰੀ ਐਜੂਕੇਸ਼ਨ, ਜਿਹੜੇ ਸਾਡੇ ਹੁਣ ਦੀਆਂ ਪੀੜ੍ਹੀਆਂ ਨੇ, ਜਿਨ੍ਹਾਂ 'ਤੇ ਅਸੀਂ, ਸਾਡੇ ਮਾਸਟਰ ਸੀਗੇ, ਸਾਡੇ ਪ੍ਰੋਫੈਸਰ ਨੇ, ਸਾਡੇ ਅਫਸਰ ਨੇ, ਉਹ ਸਾਰੇ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਨੇ ਔਰ ਬ੍ਰੀਲੀਅੰਟ, ਉਹਨਾਂ ਨੂੰ ਮੈਥ ਵੀ, ਹਰ ਚੀਜ਼ ਉਹਨਾਂ ਨੂੰ ਬੜੀ ਸ਼ਾਨਦਾਰ ਤਰੀਕੇ ਦੇ ਨਾਲ ਆਉਂਦੀ ਹੈਗੀ। ਪਰ ਤੁਸੀਂ ਹੁਣ ਵਾਲਿਆਂ ਦਾ ਦੇਖ ਲਓ, ਜਿਹੜੇ ਹੁਣ ਤਾਜ਼ਾ ਅੰਕੜੇ ਨੇ, ਜਿਵੇਂ ਇੱਕ ਰਿਪੋਰਟ ਹੈ ਜਿਹੜੀ 2018 ਦੀ ਐਨੂਅਲ ਸਟੇਟਸ ਐਜੂਕੇਸ਼ਨ ਰਿਪੋਰਟ ਆ, 60% ਬੱਚੇ ਜਿਹੜੇ ਤੀਜੀ ਦਾ ਟੈਸਟ ਪਾਸ ਨਹੀਂ ਕਰ ਸਕੇ, ਜਿਹੜੇ ਸੀਨੀਅਰ ਜਮਾਤਾਂ ਦੇ ਵੀ ਸੀਗੇ। 8ਵੀਂ ਦੇ 16% ਬੱਚਿਆਂ ਨੂੰ ਦੂਜੀ ਜਮਾਤ ਦੀ ਕਿਤਾਬ ਪੜ੍ਹਨੀ ਨਹੀਂ ਆਉਂਦੀ ਸੀ। ਇਹ ਹੁਣ ਪਿੱਛੇ ਦੀਆਂ ਰਿਪੋਰਟਾਂ ਨੇ, 2018 ਦੀਆਂ ਰਿਪੋਰਟਾਂ ਨੇ।
ਤਾਂ ਇਹ ਜਿਹੜਾ ਹਾਲ ਆਗਾ, ਔਰ 2017-18 ਦੀ ਹੀ ਜਿਹੜੀ ਫਸਟ ਬੇਸਲਾਈਨ ਰਿਪੋਰਟ ਦੇ ਮੁਤਾਬਕ ਪੰਜਵੀਂ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਵੀ ਬਹੁਤ ਵੱਡੇ ਪੱਧਰ ਦੇ 'ਤੇ ਇਹ ਹਾਲ ਆ। 70% ਬੱਚਿਆਂ ਦਾ ਕਿਸ ਤਰੀਕੇ ਨਾਲ ਰਿਐਕਸ਼ਨ ਸੀ ਜਦੋਂ ਉਹਨਾਂ ਦਾ ਟੈਸਟ ਲਿਆ ਗਿਆ। ਤਾਂ ਸਾਡੀ ਜਿਹੜੀ ਬੇਸਿਕ ਐਜੂਕੇਸ਼ਨ ਆ, ਜੀ ਤੋਂ ਨੀਂਹ ਟਿਕਣੀ ਆ, ਨੀਂਹ ਉਹ ਆ ਸਾਡੀ। ਜਦੋਂ ਤੱਕ ਅਸੀਂ ਆਪਣੀ ਪ੍ਰਾਇਮਰੀ ਐਜੂਕੇਸ਼ਨ ਮਜ਼ਬੂਤ ਨਹੀਂ ਕਰਾਂਗੇ, ਦੁਨੀਆ ਦੇ ਮਾਡਲ ਚੱਕ ਕੇ ਦੇਖ ਲਓ, ਦੁਨੀਆ ਸਾਡੇ ਨਾਲ ਹੀ ਜੇ ਦੇਖੀਏ 49 ਦੇ ਅੰਦਰ ਚਾਈਨਾ ਆਜ਼ਾਦ ਹੁੰਦਾ, 47 'ਚ ਅਸੀਂ ਆਜ਼ਾਦ ਹੁੰਦੇ ਹਾਂ। ਉੱਥੋਂ ਦਾ ਐਜੂਕੇਸ਼ਨ ਸਿਸਟਮ ਦੇਖ ਲਓ ਤੇ ਸਾਡਾ ਦੇਖ ਲਓ, ਜ਼ਮੀਨ ਅਸਮਾਨ ਦਾ ਫਰਕ ਆ, ਕਿਉਂਕਿ ਉਹਨਾਂ ਨੇ ਆਪਣੀ ਪ੍ਰਾਇਮਰੀ ਐਜੂਕੇਸ਼ਨ ਦੇ ਜ਼ੋਰ ਦਿੱਤਾ। ਦੁਨੀਆ ਦਾ ਸਭ ਤੋਂ ਵਧੀਆ ਜਿਹੜਾ ਐਜੂਕੇਸ਼ਨ ਸਿਸਟਮ ਆ ਉਹ ਫਿਨਲੈਂਡ ਦਾ, ਉਹਨਾਂ ਨੇ ਆਪਣੇ ਬੱਚਿਆਂ ਦੇ ਉੱਤੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੈ। ਸਾਡੇ ਇੱਥੇ ਰਿਪੋਰਟਾਂ ਬਣਦੀਆਂ ਰਹਿਣਗੀਆਂ, ਮਤਲਬ ਚੀਜ਼ਾਂ ਤੇ ਪਰਦਾ ਪਾਇਆ ਜਾਊਗਾ। ਅਸੀਂ ਨਹੀਂ ਕਹਿੰਦੇ ਕਿ ਪੰਜਾਬ ਨੰਬਰ 1 ਹੋਇਆ ਕੋਈ ਮਾੜੀ ਗੱਲ ਆ, ਹੋਣਾ ਚਾਹੀਦਾ ਪੰਜਾਬ, ਪਰ ਰੀਅਲੀ ਨੰਬਰ 1 ਉਦੋਂ ਹੋਊਗਾ ਜਦੋਂ ਐਜੂਕੇਸ਼ਨ ਦਾ ਮਤਲਬ ਕੀ ਹੈ। ਐਜੂਕੇਸ਼ਨ ਦਾ ਮਤਲਬ ਕਿ ਇਹ ਹੈ ਕਿ ਕਿਸੇ ਵੀ ਵੈਲਫੇਅਰ ਸਟੇਟ 'ਚ, ਕਿਸੇ ਵੀ ਲੋਕਤੰਤਰ 'ਚ ਗਰੀਬ ਤੋਂ ਗਰੀਬ ਦਾ ਬੱਚਾ ਪੜ੍ਹ ਕੇ ਵੱਡਾ ਅਫਸਰ ਬਣੇ, ਗਰੀਬ ਤੋਂ ਗਰੀਬ ਦੇ ਬੱਚੇ ਨੂੰ ਵੀ ਮੌਕੇ ਮਿਲਣ। ਤੇ ਗਰੀਬਾਂ ਦੇ ਬੱਚੇ ਉਹਨਾਂ ਸਕੂਲਾਂ 'ਚ ਹੀ ਜਾ ਰਹੇ ਨੇ। ਔਰ ਇਹ ਲਾਈਨ ਕਿਉਂ ਖਿੱਚੀ ਗਈ ਕਿ ਹਰ ਬੰਦਾ ਆਪਣੇ ਸਰਕਾਰੀ ਟੀਚਰਾਂ ਦੇ ਬੱਚੇ, ਸਰਕਾਰੀ ਟੀਚਰ ਆਪਣੇ ਬੱਚਿਆਂ ਨੂੰ ਕਨਵੈਂਟ ਸਕੂਲਾਂ 'ਚ ਪੜ੍ਹਾ ਰਹੇ ਨੇ। ਹਰ ਬੰਦਾ ਆਪਣੇ ਬੱਚੇ ਨੂੰ ਕਨਵੈਂਟ ਸਕੂਲ 'ਚ ਪੜ੍ਹਾਉਣਾ ਚਾਹੁੰਦਾ। ਕਿਉਂ? ਕਿਉਂਕਿ ਇਹ ਸਾਰਾ ਮਾਹੌਲ ਬਣਾ ਦਿੱਤਾ ਗਿਆ। ਜਦੋਂ ਤੱਕ ਤੁਸੀਂ ਉਹ ਮਾਹੌਲ ਨੂੰ ਨਹੀਂ ਤੋੜੋਗੇ, ਉਦੋਂ ਤੱਕ ਜੇ ਤੁਸੀਂ ਕਹੋਗੇ ਐਜੂਕੇਸ਼ਨ ਠੀਕ ਹੋ ਜੂਗੀ, ਉਦੋਂ ਤੱਕ ਐਜੂਕੇਸ਼ਨ ਠੀਕ ਨਹੀਂ ਹੋਏਗੀ। ਬਹੁਤ ਸਾਰਾ ਕੁਝ ਪਿਛਲੇ ਦੌਰ ਦੇ ਅੰਦਰ ਸਟੱਡੀਆਂ ਹੋਈਆਂ ਨੇ ਕਿਸ ਤਰੀਕੇ ਦੇ ਨਾਲ, ਜੇ ਪ੍ਰਾਇਮਰੀ ਸਕੂਲਾਂ ਦਾ ਬੁਰਾ ਹਾਲ ਆ ਸਾਡਿਆਂ ਦਾ। ਯਾਨੀ ਉੱਥੇ ਇਹ ਨਹੀਂ ਗਾ ਕਿ ਉੱਥੇ ਖਾਣਾ ਪੂਰਤੀ ਨਹੀਂ ਹੋ ਰਹੀ, ਬੱਚੇ ਨਹੀਂ ਹੈਗੇ, ਪਰ ਜਿਸ ਤਰੀਕੇ ਦੀ ਪੜ੍ਹਾਈ ਉੱਥੇ ਹੋਣੀ ਚਾਹੀਦੀ ਹੈ, ਜਿਸ ਤਰੀਕੇ ਦੀ ਨੀਂਹ 70s ਤੋਂ ਪਹਿਲਾਂ ਸੀ, 60-70 ਦਾ ਜਿਹੜਾ ਦਹਾਕਾ ਪੰਜਾਬ ਦਾ, ਜਿਸ ਤਰ੍ਹਾਂ ਦਾ ਪੰਜਾਬ ਉਦੋਂ ਦਾ ਸੀ, 60ਵਿਆਂ 70ਵਿਆਂ 'ਚ ਜਿਸ ਤਰ੍ਹਾਂ ਬੱਚੇ ਪੜ੍ਹ ਰਹੇ ਸੀ, ਜਿਸ ਤਰ੍ਹਾਂ ਉਦੋਂ ਦੇ ਪੜ੍ਹੇ ਹੋਏ ਨੇ ਜਦੋਂ ਅਸੀਂ ਮਿਲਦੇ ਆਂਗੇ, ਉਹ ਮਾਹੌਲ ਨਹੀਂ ਹੈਗਾ। ਉਸ ਮਾਹੌਲ ਨੇ ਪੰਜਾਬ ਦੀ ਐਜੂਕੇਸ਼ਨ ਦਾ ਬੇੜਾ ਗਰਕ ਕੀਤਾ ਹੈ। ਇਹਦੇ ਤੇ ਕੋਈ ਸਰਕਾਰ, ਅਕਾਲੀਆਂ ਦੀ ਸਰਕਾਰ ਰਹੀ ਹੋਵੇ, ਕਾਂਗਰਸ ਦੀ ਸਰਕਾਰ ਹੋਵੇ, ਕਿਸੇ ਨੇ ਵੀ ਬਹੁਤਾ ਜ਼ੋਰ ਨਹੀਂ ਦਿੱਤਾਗਾ। ਇਹ ਤਾਂ ਗੱਲ ਹੋਈ ਕੇਂਦਰ ਸਰਕਾਰ ਦੇ ਵੱਲੋਂ ਲਿਸਟ ਜਾਰੀ ਕੀਤੀ, ਹਾਲਾਂਕਿ ਪੰਜਾਬ ਸਰਕਾਰ ਕੋਈ ਵੀ ਹੋਵੇ, ਉਹ ਤੁਸੀਂ ਜਿਵੇਂ ਕਿਹਾ ਦਾਅਵੇ ਤਾਂ ਕਰਦੀ ਹੈ ਕਿ ਚੰਗੀ ਸਿੱਖਿਆ ਹੁੰਦੀ ਹੈ। ਪੰਜਾਬ ਦੇ ਅੰਕੜੇ ਕੀ ਕਹਿੰਦੇ ਨੇ ਜੋ ਸਰਕਾਰਾਂ ਦੇ ਵੱਲੋਂ ਲਿਸਟਾਂ ਜਾਰੀ ਕੀਤੇ ਨੇ, ਉਹ ਅੰਕੜੇ ਕੀ ਕਹਿੰਦੇ? ਮੈਂ ਬਜਟ ਦੇ ਅੰਦਰ ਮੇਰੀ ਕਿਤਾਬ ਆ ਕਿਹੜਾ ਪੰਜਾਬ, ਉਹਦੇ 'ਚ ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਸਿਹਤ ਤੇ ਸਿੱਖਿਆ ਬਾਰੇ। ਅੱਜ ਕਿਉਂਕਿ ਆਪਾਂ ਸਿੱਖਿਆ ਤੇ ਗੱਲ ਕਰ ਰਹੇ ਹਾਂ, ਉਹਦੇ 'ਚ ਅੰਕੜੇ ਜਿਹੜੇ ਅਸੀਂ ਬਜਟ ਦੇ, ਮੈਂ ਉਸ ਦੌਰ ਦੇ ਅੰਦਰ ਅੰਕੜਿਆਂ ਤੇ ਸਟੱਡੀ ਕੀਤੀ ਸੀ। ਪੰਜਾਬ ਦੇ ਅੰਦਰ 1970-71 'ਚ ਐਜੂਕੇਸ਼ਨ ਦਾ ਜਿਹੜਾ ਬਜਟ, ਜਿਵੇਂ ਟੋਟਲ ਬਜਟ ਆ, ਮੰਨ ਲਓ 100 ਰੁਪਈਆ ਰੱਖਿਆ ਪੰਜਾਬ ਲਈ, ਪੰਜਾਬ ਕੋਲੇ 100 ਰੁਪਈਆ, 100 'ਚੋਂ ਕਿਹੜੀ ਚੀਜ਼ ਤੇ ਕਿੰਨੇ ਖਰਚ ਹੋਣ। 1970-71 'ਚ ਅਸੀਂ 33.97% ਖਰਚ ਕਰਦੇ ਸੀ ਬਜਟ ਦਾ, ਯਾਨੀ ਬਜਟ ਦੇ 33 ਰੁਪਏ, ਜੇ ਆਪਾਂ ਕਹਿ ਦਈਏ 34 ਰੁਪਏ 100 ਰੁਪਏ ਦੇ ਖਰਚ ਹੁੰਦੇ ਸੀ ਐਜੂਕੇਸ਼ਨ ਤੇ। ਘਟਦੇ ਦਾ ਬੁਰਾ ਹਾਲ ਮੈਂ ਤੁਹਾਨੂੰ ਦਿਖਾਉਣਾ ਕਿਵੇਂ ਹੁੰਦਾ। ਆਹੀ ਸਰਕਾਰਾਂ ਜਿਹੜੀਆਂ ਹੁਣ ਕੈਪਟਨ ਦੀ ਆ, ਚਾਹੇ ਅਕਾਲੀਆਂ ਦੀ ਸਰਕਾਰ ਸੀ, 1980-81 ਤੱਕ ਆਉਂਦਿਆਂ ਇਹ 25% ਹੋ ਜਾਂਦਾ, ਲਗਭਗ 25%, 25.5% ਰਹਿ ਜਾਂਦਾ ਗਾ। ਕਿੰਨਾ ਫਰਕ ਪੈ ਗਿਆ? 33 ਤੋਂ ਸਿੱਧਾ 25 ਤੇ ਆ ਗਏ। 70 ਤੋਂ 71 ਤੋਂ 81, 10 ਸਾਲਾਂ ਦੇ ਅੰਦਰ। 1990-91 'ਚ ਇਹ ਘਟ ਕੇ 20% 24 ਹੋ ਜਾਂਦਾ। ਉਸ ਤੋਂ ਬਾਅਦ 2000 ਤੇ 2001 'ਚ ਇਹ 16.1 ਰਹਿ ਜਾਂਦਾ। ਇਹ ਅੰਕੜਾ ਸਾਰ ਦੇ ਅੰਕੜੇ ਨੇ। ਪੰਜਾਬ ਸਰਕਾਰ ਜਿਹੜਾ ਅੰਕੜਾ ਸਾਰ ਜਾਰੀ ਕਰਦੀ ਹੈ, ਪੰਜਾਬ ਸਰਕਾਰ ਬਜਟ ਜਦੋਂ ਪੇਸ਼ ਕਰਦੀ ਹੈ, ਉਹਦਾ ਇੱਕ ਅੰਕੜਾ ਸਾਰ ਹੁੰਦਾ, ਉਹਦੇ ਅੰਕੜੇ ਨੇ ਇਹ, ਬਜਟ ਦੇ ਅੰਕੜੇ ਨੇ ਇਹ, ਸਾਡੇ ਕੋਲ ਆਪਣੇ ਅੰਕੜੇ ਨਹੀਂ ਹੈਗੇ। 2010-11 ਦੇ ਅੰਦਰ ਇਹ 13.74 ਰਹਿ ਜਾਂਦਾ, ਜਿਹੜਾ 33% ਹੈ 71 'ਚ। ਯਾਨੀ ਕਿੱਥੇ ਤਾਂ ਵਧਣਾ ਚਾਹੀਦਾ ਸੀਗਾ, ਕਿੱਥੇ ਘਟ ਰਿਹਾ ਲਗਾਤਾਰ। 2000 ਜਿਹੜਾ 12-13 ਦੇ ਅੰਦਰ ਇਹ 11-12 ਦੇ ਅੰਦਰ ਇਹ 12-13 ਦੇ ਅੰਦਰ ਇਹ 16.80 ਹੋ ਜਾਂਦਾ, ਯਾਨੀ ਥੋੜ੍ਹਾ ਜਿਹਾ ਵੱਧ ਜਾਂਦਾ ਗਾ। 2013-14 ਦੇ ਅੰਦਰ ਇਹ 15.42 ਹੋ ਜਾਂਦਾ। 2014-15 ਦੇ ਅੰਦਰ 16.60 ਹੋ ਜਾਂਦਾ। 2019 'ਚ ਘਟ ਕੇ 12% 78 ਰਹਿ ਜਾਂਦਾ, 12.78%। ਤੇ 2020 'ਚ ਇਹ 10% ਰਹਿ ਜਾਂਦਾ। ਤੇ ਇਹ ਲਗਾਤਾਰ ਜਿਹੜੇ ਅੰਕੜੇ ਨੇ, 19-20 ਦਾ ਅੰਕੜਾ ਇਹ ਲਗਾਤਾਰ ਜਿਹੜੇ ਬਜਟ ਦੇ ਅੰਕੜਿਆਂ 'ਚ ਦੇਖ ਲਓ, ਸਾਡਾ ਐਜੂਕੇਸ਼ਨ ਦਾ ਬਜਟ ਆ ਜਿਹੜਾ, ਇਹ ਬਜਟ ਦੇ ਅੰਕੜੇ ਨੇ। ਇਹਨੂੰ ਕੋਈ ਵੀ ਸਿੱਖਿਆ ਮੰਤਰੀ ਸਟੱਡੀ ਕਰ ਸਕਦੇ ਨੇ, ਕੋਈ ਵੀ ਵਿੱਤ ਮੰਤਰੀ, ਉਹਨਾਂ ਨੂੰ ਪਤਾ ਹੀ ਹੈ ਸਾਰਾ ਕੁਝ। ਬਜਟ ਦੀ ਤਾਂ ਖੇਡ ਹੀ ਅੰਕੜਿਆਂ ਦੀ ਖੇਡ ਹੁੰਦੀ ਹੈ। ਤਾਂ ਮੈਂ ਇਹੀ ਕਹਿਣਾ ਕਿ ਜਿਹੜੀ ਸਰਕਾਰਾਂ ਦੀ ਖੇਡ ਵੀ ਹੈ, ਨੰਬਰ 1 ਪੰਜਾਬ ਸੂਬਾ ਐਜੂਕੇਸ਼ਨ ਦਾ। ਤੁਸੀਂ ਜਾ ਕੇ ਹਾਲ ਤਾਂ ਦੇਖੋ ਪੰਜਾਬ ਦੇ ਅੰਦਰ ਐਜੂਕੇਸ਼ਨ ਦਾ ਹਾਲ। ਹਾਇਰ ਐਜੂਕੇਸ਼ਨ 'ਚ ਆ ਜਾਂਦੇ ਆ, ਜਿਹੜੇ ਆਰਟਸ ਦੇ ਸਰਕਾਰੀ ਸਕੂਲ ਨੇ, ਉਹ ਸਰਕਾਰੀ ਕਾਲਜ ਨੇ ਆਰਟਸ ਦੇ, ਉਹ 52 ਨੇ ਪੰਜਾਬ 'ਚ, ਜਿਹੜੇ ਪਿਛਲੇ ਅੰਕੜੇ ਨੇ। ਹੋ ਸਕਦਾ ਕੋਈ ਇੱਕ ਅੱਧਾ ਅਪਡੇਟ ਹੋਇਆ ਹੋਵੇ। ਤੇ ਪ੍ਰਾਈਵੇਟ 150 ਨੇ। ਬੀਐਡ ਦੇ ਕਾਲਜ 90 ਨੇ, ਜਿਨ੍ਹਾਂ 'ਚੋਂ ਸਰਕਾਰੀ 4 ਨੇ। 4 ਹੀ ਸਰਕਾਰੀ ਕਾਲਜ ਨੇ ਬੀਐਡ ਦੇ। ਯਾਨੀ ਆਮ ਬੰਦਾ ਕਿੱਥੇ ਪੜੂਗਾ ਜਾ ਕੇ? ਪ੍ਰਾਈਵੇਟ 'ਚ ਵੀ ਠੀਕ ਆ, ਲੋਕ ਪੜ੍ਹਦੇ ਆ, ਐਜੂਕੇਸ਼ਨ ਦੇ ਉੱਤੇ ਖਰਚ ਕਰਦੇ ਆ ਲੋਕ, ਪਰ
ਸਰਕਾਰ ਦਾ ਕੰਮ ਕੀ ਹੈ? ਸਰਕਾਰ ਦਾ ਕੰਮ ਸਰਕਾਰ ਕਿਤੇ ਜਿਹਦੇ ਕਰਕੇ ਸਰਕਾਰ ਨਵਾਜੀ ਜਾ ਰਹੀ ਹੈ ਕਿ ਨੰਬਰ 1 ਪੰਜਾਬ ਹੈ, ਇਹਦਾ ਮਤਲਬ ਇਕੱਲੀ ਪ੍ਰਾਈਵੇਟ ਬੈਲੈਂਸ ਹੋਣਾ ਚਾਹੀਦਾ ਹੈਗਾ। ਦੂਸਰੀ ਗੱਲ ਹੈ ਕਿ ਇੰਜੀਨੀਅਰਿੰਗ ਦੇ 283 ਕਾਲਜ ਨੇ ਤੇ ਜਿਹ 'ਚੋਂ 6 ਸਰਕਾਰੀ ਨੇ, 6 ਸਰਕਾਰੀ ਨੇ, ਪਿਛਲੇ ਅੰਕੜੇ ਨੇ, ਥੋੜਾ ਬਹੁਤਾ ਕੋਈ ਇੱਧਰ ਉੱਧਰ ਅੰਕੜਾ ਜ਼ਰੂਰ ਹੋ ਸਕਦਾ ਹੈ। ਤਾਂ ਇਹ ਹਾਲ ਆ ਪੰਜਾਬ ਦਾ। ਔਰ ਪੰਜਾਬ ਦੇ ਅੰਦਰ ਜਿੰਨੀਆਂ ਸਟੱਡੀਆਂ ਹੋ ਰਹੀਆਂ ਨੇ ਪ੍ਰਾਇਮਰੀ ਦੇ ਬੱਚਿਆਂ ਦੇ ਉੱਤੇ, ਔਰ ਜਿਸ ਤਰ੍ਹਾਂ ਜਿਹੜੇ ਬਹੁਤ ਹੀ ਗਰੀਬਾਂ 'ਚੋਂ ਗਰੀਬ ਪਰਿਵਾਰ ਨੇ, ਮੰਨ ਲਓ ਕੋਈ ਭੱਠਾ ਮਜ਼ਦੂਰ ਹੈ, ਮੰਨ ਲਓ ਕੋਈ ਬਹੁਤ ਹੀ ਵਿਚਾਰੇ ਜਿਹੜੇ ਸਫਾਈ ਸੇਵਕਾਂ ਦੇ ਬੱਚੇ ਨੇ, ਉਹ ਨਹੀਂ ਪਹੁੰਚ ਪਾਉਂਦੇ, ਉਹ ਅਨਪੜ੍ਹ ਰਹਿੰਦੇ ਨੇ। ਅਸੀਂ ਹੁਣ ਵੀ ਤੁਸੀਂ ਪਿੰਡਾਂ 'ਚ ਜਾ ਕੇ, ਬਸਤੀਆਂ ਜਾ ਕੇ, ਦਲਤਾਂ ਦੇ ਵਿਹੜਿਆਂ ਜਾ ਕੇ, ਬਹੁਤ ਗਰੀਬਾਂ ਤੋਂ ਜਿਹੜੇ ਗਰੀਬਾਂ 'ਚੋਂ ਸਭ ਤੋਂ ਗਰੀਬ ਨੇ ਉਹਨਾਂ ਦੇ ਘਰੇ ਜਾ ਕੇ ਦੇਖੋ, ਉਹਨਾਂ ਦੇ ਬੱਚੇ ਪੜ੍ਹਦੇ ਨਹੀਂ ਹੈਗੇ, ਉਹਨਾਂ ਦੇ ਬੱਚੇ ਕੋਈ ਤੀਜੀ ਡਰੋਪ ਆਊਟ ਰੇਟ ਆ ਜਿਹੜਾ ਪੰਜਾਬ ਦਾ, ਉਹ ਕੱਢ ਕੇ ਦੇਖੋ ਤੁਸੀਂ। ਬਹੁਤ ਵੱਡੇ ਪੱਧਰ ਦੇ ਉੱਤੇ ਬੱਚੇ ਲੱਗ ਤਾਂ ਜਾਂਦੇ ਨੇ, ਅੰਕੜੇ ਪੇਸ਼ ਕਰਦੇ ਨੇ, ਬਹੁਤ ਵੱਡੇ ਪੱਧਰ ਤੇ ਡਰੋਪ ਆਊਟ ਹੋ ਰਹੇ ਨੇਗੇ, ਬਹੁਤ ਵੱਡੇ ਪੱਧਰ ਦੇ ਉੱਤੇ। ਤਾਂ ਅੰਕੜੇ ਮੈਂ ਮੋਟੇ-ਮੋਟੇ ਦੱਸ ਰਿਹਾ। ਬਜਟ ਦਾ ਹਾਲ ਕੀ ਹੈ? ਬਜਟ ਲਗਾਤਾਰ ਘਟ ਰਿਹਾ ਪੰਜਾਬ ਦੀ ਐਜੂਕੇਸ਼ਨ ਦਾ। 2020 'ਚ ਇਹ 10.86% ਹੈ, ਜਿਹੜਾ 2019-20 ਦਾ ਬਜਟ ਹੈ। ਤਾਂ ਇਹ ਬਜਟ ਦੇ ਅੰਦਰ ਲਗਾਤਾਰ ਸਿੱਖਿਆ ਦਾ ਬਜਟ ਘਟ ਰਿਹਾ। ਫਿਰ ਸਿੱਖਿਆ ਸਾਡੀ ਮਜ਼ਬੂਤ ਕਿਵੇਂ ਹੋ ਰਹੀ ਹੈ? ਉਹਦਾ ਬੁਨਿਆਦੀ ਢਾਂਚਾ ਮਜ਼ਬੂਤ ਕਿਵੇਂ ਕਰੋਗੇ? ਉਹਦੀ ਪ੍ਰਾਇਮਰੀ ਐਜੂਕੇਸ਼ਨ 'ਤੇ ਜ਼ੋਰ ਕਿਵੇਂ ਦਿਓਗੇ? ਕੇਂਦਰ ਸਰਕਾਰ ਨੇ ਵੀ ਫੈਡਰਲ ਸਟਰਕਚਰ 'ਤੇ ਵੀ ਟੈਕਸ ਸੀ, ਐਜੂਕੇਸ਼ਨ ਵੀ ਇੱਕ ਤਰ੍ਹਾਂ ਪੰਜਾਬ ਦਾ ਹੀ ਅਧਿਕਾਰ ਸੀ, ਪਰ ਇਹ ਸੈਂਟਰ ਨੇ ਜਿਸ ਤਰੀਕੇ ਨਾਲ ਰਾਈਟ ਟੂ ਐਜੂਕੇਸ਼ਨ ਦੇ ਜ਼ਰੀਏ ਬਹੁਤ ਸਾਰੀਆਂ ਚੀਜ਼ਾਂ, RTE ਦਾ ਵੀ ਰੌਲਾ ਹੀ ਪਾਇਆ ਗਿਆ। RTE ਦਾ ਬਹੁਤ ਬੁਰਾ ਹਾਲ ਹੋਇਆ, ਜਿਹੜੀ ਰਾਈਟ ਟੂ ਐਜੂਕੇਸ਼ਨ ਸੀ ਉਹ 'ਚ ਬਹੁਤ ਬੁਰਾ ਹਾਲ ਹੋਇਆ। ਪ੍ਰਾਈਵੇਟ ਸਕੂਲਾਂ ਨੇ ਉਹਦੀਆਂ ਗੱਲਾਂ ਹੀ ਨਹੀਂ ਮੰਨੀਆਂ। ਜੋ RTE ਸੀ, ਰਾਈਟ ਟੂ ਐਜੂਕੇਸ਼ਨ, ਜੋ ਟਰਮ ਐਂਡ ਕੰਡੀਸ਼ਨ ਸੀ, ਉਹਨੂੰ ਮੰਨਿਆ ਹੀ ਨਹੀਂ ਪ੍ਰਾਈਵੇਟ ਸਕੂਲਾਂ ਨੇ। ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇਹ ਅੰਕੜਿਆਂ ਦੇ ਨਾਲ ਅਸੀਂ ਦੱਸ ਰਹੇ ਹਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਐਨੂਅਲ ਸਟੇਟਸ ਰਿਪੋਰਟ ਹੈ, 2018 ਦੀ ਰਿਪੋਰਟ ਹੈ, 2021 ਚੱਲ ਰਿਹਾ, 2018 ਦੀ ਉਹ ਰਿਪੋਰਟ ਕਹਿ ਰਹੀ ਹੈ, ਸਰਵੇ ਇਸ ਤਰ੍ਹਾਂ ਦੇ ਹੁੰਦੇ ਰਹਿੰਦੇ ਨੇ ਕਿ 8ਵੀਂ ਦੇ 16% ਬੱਚਿਆਂ ਨੂੰ ਦੂਜੀ ਜਮਾਤ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ ਸੀ। ਇਹ ਸਾਡੀ ਐਜੂਕੇਸ਼ਨ ਦਾ ਸਟੈਂਡਰਡ ਹੈ। ਗੱਲ ਕੁਆਂਟੀਟੀ ਆਫ ਐਜੂਕੇਸ਼ਨ ਦੀ ਨਹੀਂ ਆ। ਇਹਦੀ ਰਿਪੋਰਟ ਹੈ ਕੁਆਂਟੀਟੀ ਆਫ ਐਜੂਕੇਸ਼ਨ ਦੀ ਗੱਲ ਕਰ ਰਹੀ ਹੈ, ਕੁਆਲਿਟੀ ਆਫ ਐਜੂਕੇਸ਼ਨ ਦੀ ਆ। ਕੁਆਂਟੀਟੀ ਹੋ ਗਿਆ, ਪ੍ਰਾਈਵੇਟ ਅਦਾਰੇ ਆ ਗਏ ਬਹੁਤ ਵੱਡੇ ਪੱਧਰ ਤੇ। ਤਾਂ ਕੁਆਂਟੀਟੀ ਆਫ ਐਜੂਕੇਸ਼ਨ ਦਾ ਹੋਈ ਹੈ, ਪਰ ਕੁਆਲਿਟੀ ਆਫ ਐਜੂਕੇਸ਼ਨ ਦਾ ਬੇੜਾ। ਜਦੋਂ ਤੱਕ ਤੁਹਾਡੇ ਕੋਲੇ ਕੁਆਲਿਟੀ ਆਫ ਐਜੂਕੇਸ਼ਨ ਨਹੀਂ ਹੋਏਗੀ, ਜਿਹੜਾ ਮੈਂ ਕਹਿ ਰਿਹਾ ਹੈਗਾ ਕਿ 70 'ਚ ਕੁਆਲਿਟੀ ਆਫ ਐਜੂਕੇਸ਼ਨ ਸੀ, ਜਿਹੜੇ ਉਦੋਂ ਦੇ ਪੜ੍ਹੇ ਲਿਖੇ ਜਿੰਨੇ ਅਸੀਂ ਮਿਲਦੇ ਆਂਗੇ, ਸਾਡੇ ਟੀਚਰਾਂ ਨੂੰ, ਪ੍ਰਿੰਸੀਪਲਾਂ ਨੂੰ, ਸਾਡੇ ਜਿੰਨੇ ਪ੍ਰੋਫੈਸਰਾਂ ਨੂੰ, ਸਾਡੇ ਅਫਸਰਾਂ ਨੂੰ, ਜਿੰਨੇ ਵੀ ਸਾਡੇ ਦੋਸਤ ਮਿੱਤਰ ਨੇ ਉਸ ਦੌਰ ਦੇ, ਜਿਹੜੇ ਜਿਨ੍ਹਾਂ ਦੀ ਅਸੀਂ ਬਹੁਤ ਇੱਜ਼ਤ ਕਰਦੇ ਹਾਂ, ਜਿਨ੍ਹਾਂ ਨੂੰ ਮਿਲਦੇ ਹਾਂ, ਉਹਨਾਂ ਜਿਨ੍ਹਾਂ ਦੇ ਜਿਹੜੇ ਸਰਕਾਰੀ ਨੌਕਰੀਆਂ ਤੇ ਵੀ ਨੇ, ਹੋਰ ਥਾਵਾਂ ਦੇ ਉੱਤੇ ਨੇ, ਬਿਜ਼ਨਸ 'ਚ ਨੇ, ਉਹਨਾਂ ਦੀ ਕਮਾਲ ਦੀ ਅੰਡਰਸਟੈਂਡਿੰਗ ਆ ਹਰ ਚੀਜ਼ ਬਾਰੇ। ਪਰ ਉਹੀ ਤੁਸੀਂ ਹੁਣ ਦੇ ਬੱਚਿਆਂ ਦਾ ਇਹ ਐਨੂਅਲ ਸਟੇਟਸ ਰਿਪੋਰਟ ਕਹਿ ਰਹੀ ਹੈ ਕਿ 60% ਬੱਚਿਆਂ ਤੋਂ ਪੰਜਾਬੀ ਦਾ, ਐਨੂਅਲ ਸਟੇਟਸ ਰਿਪੋਰਟ ਕਹਿ ਰਹੀ ਹੈ ਕਿ 60% ਬੱਚਿਆਂ ਤੋਂ ਪੰਜਾਬੀ ਦਾ ਤੀਜੀ ਦਾ ਟੈਸਟ ਪਾਸ ਨਹੀਂ ਹੋਇਆ। ਪੰਜਾਬੀ ਦਾ ਟੈਸਟ ਮੈਂ ਦੇਖਦਾ ਵੀ ਹੁੰਨਾ, ਸਾਡੀ ਲਾਈਨ 'ਚ ਵੀ ਅਸੀਂ ਦੇਖਦੇ ਹਾਂ, ਪੰਜਾਬੀ ਮੀਡੀਆ 'ਚ ਮੈਂ ਜਿਹੜੇ ਆ ਰਹੇ ਨੇ ਜਰਨਲਿਜ਼ਮ ਦੇ ਇੰਸਟੀਟਿਊਸ਼ਨਾਂ 'ਚੋਂ ਬੱਚੇ ਆਉਂਦੇ ਨੇ, ਜਿਹੜੇ ਆ ਰਹੇ ਨੇ, ਅਸੀਂ ਦੇਖਦੇ ਉਹਨਾਂ ਨੂੰ ਪੰਜਾਬੀ ਨਹੀਂ ਲਿਖਣੀ ਆਉਂਦੀ, ਸਹੀ ਪੰਜਾਬੀ ਲਿਖਣੀ ਨਹੀਂ ਆਉਂਦੀ। ਮੈਂ ਕਹਿੰਦਾ ਹੁੰਦਾ ਕਿ ਸਭ ਤੋਂ ਪਹਿਲਾਂ ਤੁਹਾਡੀ ਬੋਲੀ ਹੈ, ਜੇ ਤੁਹਾਡੀ ਬੋਲੀ ਤੁਹਾਨੂੰ ਲਿਖਣੀ ਨਹੀਂ ਆਉਂਦੀ, ਤੁਸੀਂ ਬਾਕੀ ਅੰਗਰੇਜ਼ੀ ਜਾਂ ਹਿੰਦੀ ਦੀ ਕੀ ਗੱਲ ਕਰੋਗੇ? ਇਹ ਕਿਹਾ ਜਾਂਦਾ ਦੁਨੀਆ 'ਤੇ, ਸਾਇੰਟੀਫਿਕ ਗੱਲ ਹੈ ਕਿ ਜੇ ਤੁਹਾਨੂੰ ਆਪਣੀ ਲੈਂਗੁਏਜ ਸਭ ਤੋਂ ਜ਼ਿਆਦਾ ਸ਼ਾਨਦਾਰ ਆਉਂਦੀ ਹੈ, ਤਾਂ ਦੂਜੀ ਲੈਂਗੁਏਜ ਨੂੰ ਵੀ ਤੁਸੀਂ ਤਾਂ ਹੀ ਸ਼ਾਨਦਾਰ ਤਰੀਕੇ ਨਾਲ ਸਿੱਖੋਗੇ। ਜੇ ਤੁਹਾਨੂੰ ਆਪਣੀ ਲੈਂਗੁਏਜ ਨਹੀਂ ਆਉਂਦੀ, ਦੂਜੀ ਨਹੀਂ ਸਿੱਖੋਗੇ ਤੁਸੀਂ। ਤਾਂ ਆਪਣੀ ਲੈਂਗੁਏਜ ਦਾ ਬੁਰਾ ਹਾਲ ਕਿਉਂ ਹੋਇਆ? ਸਾਡੇ ਸਕੂਲਾਂ 'ਚ ਇਹਦਾ ਮਤਲਬ ਉਸ ਤਰ੍ਹਾਂ ਦੀ ਪੜ੍ਹਾਈ ਨਹੀਂ ਹੋ ਰਹੀ। ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਆ, ਜਿਹੜੀ ਗੁਣਾਤਮਕ ਜਿਹੜੀ ਸਿੱਖਿਆ ਹੈਗੀ, ਗਿਣਾਤਮਕ ਹੋ ਗਈ, ਗੁਣਾਤਮਕ ਨਹੀਂ ਆ। ਗਿਣਤੀ ਦੀ ਹੋ ਗਈ, ਗੁਣ ਘਟ ਗਏ, ਗਿਣਤੀ ਵੱਧ ਗਈ, ਗੁਣ ਘਟ ਗਏ। ਜੇ ਗੁਣਾਤਮਕ ਹੋਵੇ, ਜੇ ਗੁਣਾਂ ਦੀ ਐਜੂਕੇਸ਼ਨ ਜ਼ਿਆਦਾ ਹੋਵੇ, ਤਾਂ ਇਹ ਹਾਲ ਨਾ ਹੋਵੇ ਕਿ ਇਹ ਸਟੇਟਸ ਰਿਪੋਰਟ ਕਹਿ ਰਹੀ ਹੈ ਕਿ 60% ਬੱਚੇ ਆ ਜਿਹੜੇ ਉਹਨਾਂ ਨੂੰ ਤੀਜੀ 'ਚ ਪੰਜਾਬੀ ਦਾ ਟੈਸਟ ਪਾਸ ਨਹੀਂ ਕਰਨਾ ਆ ਰਿਹਾ, ਪੰਜਾਬੀ ਨਹੀਂ ਆ ਰਹੀ ਉਹਨਾਂ ਨੂੰ। ਇਹ ਬਹੁਤ ਵੱਡਾ ਬੁਰਾ ਹਾਲ ਅਸੀਂ ਦੇਖਿਆ। ਔਰ ਪੰਜਾਬ ਦੇ ਪਿਛਲੇ ਸਾਲਾਂ ਦੇ ਵਿੱਚ ਅਕਾਲੀਆਂ ਦੀਆਂ ਵੀ ਸਰਕਾਰਾਂ ਨੇ, ਕਾਂਗਰਸ ਦੀਆਂ ਵੀ ਸਰਕਾਰਾਂ, 70 ਤੋਂ ਲੈ ਕੇ 2020 ਤੱਕ ਸਾਰਿਆਂ ਨੇ ਰਾਜ ਕੀਤਾ। ਬਾਦਲ ਤੋਂ ਲੈ ਕੇ ਕੈਪਟਨ ਤੱਕ ਸਭ ਨੇ ਰਾਜ ਕੀਤਾ। ਤਾਂ ਸਾਡੀ ਐਜੂਕੇਸ਼ਨ ਦਾ ਹਾਲ ਕੀ ਹੋਇਆ, ਇਹ ਸਾਡੇ ਅੰਕੜੇ ਸਾਹਮਣੇ ਨੇ, ਔਰ ਇਹ ਅੰਕੜਿਆਂ ਦੇ ਜ਼ਰੀਏ ਪਤਾ ਲੱਗਦਾ। ਔਰ ਜਿਹੜੀ ਇਹ ਰਿਪੋਰਟਾਂ ਆਉਂਦੀਆਂ ਨੇ, ਇਹੋ ਹੀ ਗਿਣਤੀ ਦੀਆਂ ਚੀਜ਼ਾਂ ਆਉਂਦੀਆਂ ਨੇ। ਠੀਕ ਹੈ, ਇਹਨਾਂ ਰਿਪੋਰਟਾਂ ਦੇ ਅੰਦਰ ਹੋਊਗਾ ਸਰਕਾਰ ਰਿਪੋਰਟ, ਕਿਉਂਕਿ ਸਭ ਤੁਹਾਨੂੰ ਪਤਾ, ਜੇ ਮੈਂ ਕਹਿੰਦਾ ਕਿ ਬਹੁਤ ਸਾਰੇ ਅਦਾਰੇ ਨੇ ਜਿਹੜੇ ਕਹਿੰਦੇ ਐਜੂਕੇਸ਼ਨ 'ਚ ਇਹ ਨੰਬਰ 1 ਆ, ਜੀ ਐਜੂਕੇਸ਼ਨ 'ਚ ਉਹ ਨੰਬਰ 1 ਆ, ਹੈਲਥ 'ਚ ਇਹ ਨੰਬਰ 1 ਆ। ਉਹ ਬਹੁਤ ਸਾਰੀਆਂ ਗੇਮਾਂ ਹੁੰਦੀਆਂ ਨੇ ਸਿਰਫ ਰੈਂਕਿੰਗ ਦੇਣ ਦੇ ਲਈ। ਤਾਂ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ, ਇਹ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਹੈ। ਜਿਵੇਂ ਤੁਸੀਂ ਕਿਹਾ ਕਿ ਵੱਡੇ ਵੱਡੇ ਜੋ ਅਫਸਰ ਨੇ ਉਹ ਸਰਕਾਰੀ ਸਕੂਲਾਂ 'ਚੋਂ ਪੜ੍ਹੇ ਹੋਏ ਨੇ, ਜੋ ਪੁਰਾਣੇ ਦੌਰ 'ਚ ਸੀ, ਤੇ ਹੁਣ ਕਿਉਂ ਬੁਰਾ ਹਾਲ ਹੋ ਗਿਆ? ਆਖਰ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਵਿੱਚ ਬੈਲੈਂਸ ਕਿਉਂ ਨਹੀਂ ਬਣ ਸਕਿਆ? ਦੇਖੋ, ਜਿਹੜੀ ਪ੍ਰਾਈਵੇਟ ਐਜੂਕੇਸ਼ਨ, ਆਪਾਂ ਉਹਦੇ ਕੋਈ ਵਿਰੋਧੀ ਨਹੀਂ ਹੈਗੇ, ਹੈ ਨਾ। ਪ੍ਰਾਈਵੇਟ ਐਜੂਕੇਸ਼ਨ ਸਾਡਾ ਸਿਸਟਮ ਇਸ ਤਰ੍ਹਾਂ ਦਾ, ਪ੍ਰਾਈਵੇਟ ਸਕੂਲ ਵੀ ਹੋਣ, ਕੋਈ ਮਾੜੀ ਗੱਲ ਨਹੀਂ, ਪ੍ਰਾਈਵੇਟ ਅਦਾਰੇ ਵੀ ਹੋਣ, ਕੋਈ ਮਾੜੀ ਗੱਲ ਨਹੀਂ। ਪਰ ਇਹ ਨਹੀਂ ਕਿ ਕੁਝ ਬੈਲੈਂਸ ਰਹਿਣਾ ਚਾਹੀਦਾ, ਉਹ 'ਚ ਸੰਤੁਲਨ ਹੋਵੇ।
ਯਾਨੀ ਸਰਕਾਰ ਦੀ ਮੇਜਰ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਐਜੂਕੇਸ਼ਨ ਦੇ ਫੀਲਡ ਤੇ ਹੈਲਥ ਦੇ ਫੀਲਡ, ਦੋ ਫੀਲਡ ਦੁਨੀਆ ਦੇ ਜਿਹਨੇ ਜਦੋਂ ਵੈਲਫੇਅਰ ਸਟੇਟ ਬਣੀ ਸੀ, ਯਾਨੀ ਵੈਲਫੇਅਰ ਸਟੇਟ ਦਾ ਜਦੋਂ ਮਾਡਲ ਆਇਆ ਉਹ 'ਚ ਕਿਵੇਂ ਲੋਕਾਂ ਨੂੰ ਕੀ ਕਹਿ ਕੇ ਖੁਸ਼ ਕੀਤਾ ਗਿਆ ਕਿ ਤੁਹਾਡੀਆਂ ਬੁਨਿਆਦੀ ਸਹੂਲਤਾਂ ਦਾ ਖਿਆਲ ਅਸੀਂ ਰੱਖਾਂਗੇ। ਬੁਨਿਆਦੀ ਸਹੂਲਤਾਂ ਕੀ ਨੇ ਬੰਦੇ ਦੀਆਂ? ਸਿਕਿਉਰਿਟੀ, ਸਿਹਤ, ਸਿੱਖਿਆ, ਰੋਟੀ ਪਾਣੀ, ਇਹ ਬੁਨਿਆਦੀ ਸਹੂਲਤਾਂ ਨੇ। ਇਹ ਬੁਨਿਆਦੀ ਸਹੂਲਤਾਂ ਚਾਹੁੰਦਾ ਹੈ, ਇਹ ਹਿਊਮਨ ਰਾਈਟ ਆ ਹਰ ਬੰਦੇ ਦਾ, ਮਨੁੱਖੀ ਅਧਿਕਾਰ ਆ ਕਿਸੇ ਦਾ ਪੜ੍ਹਨਾ। ਜੇ ਕੋਈ ਪੜ੍ਹਨ ਤੋਂ ਵਾਂਝੇ ਰਹਿੰਦਾ ਹੈਗਾ ਉਹਦੇ ਲਈ ਸਟੇਟ ਜ਼ਿੰਮੇਵਾਰ ਆ, ਉਹਦੇ ਲਈ ਸਰਕਾਰ ਜ਼ਿੰਮੇਵਾਰ ਆ ਜੇ ਕੋਈ ਪੜ੍ਹਾਈ ਤੋਂ ਵਾਂਝਾ ਰਹਿੰਦਾ। ਜਿਨ੍ਹਾਂ ਕੋਲ 4 ਰੁਪਏ ਹੈਗੇ ਉਹ ਤਾਂ ਪ੍ਰਾਈਵੇਟ 'ਚ ਪੜ੍ਹਾ ਲੈਣਗੇ। ਤਾਂ ਇਸ ਕਰਕੇ ਗੱਲ ਇਹ ਨਹੀਂ ਕਿ ਪ੍ਰਾਈਵੇਟ ਐਜੂਕੇਸ਼ਨ ਨਾ ਹੋਵੇ, ਪ੍ਰਾਈਵੇਟ ਯੂਨੀਵਰਸਿਟੀਆਂ ਨਾ ਹੋਣ ਜਾਂ ਪ੍ਰਾਈਵੇਟ ਕਾਲਜ ਨਾ ਹੋਣ ਜਾਂ ਪ੍ਰਾਈਵੇਟ ਸਕੂਲ ਨਾ ਹੋਣ, ਪਰ ਪ੍ਰਾਈਵੇਟ ਤੇ ਸਰਕਾਰੀ 'ਚ ਇੱਕ ਸੰਤੁਲਨ ਕਿਵੇਂ ਕਾਇਮ ਕਰਨਾ, ਉਹ ਸੰਤੁਲਨ ਨੂੰ ਬਣਾ ਕੇ ਕਿਵੇਂ ਰੱਖਣਾ, ਔਰ ਰੈਗੂਲੇਟਰੀ ਅਥਾਰਟੀਆਂ ਹੋਣੀਆਂ ਚਾਹੀਦੀਆਂ। ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨ ਨੇ ਉਹਨਾਂ ਬਾਰੇ ਵੀ ਇੱਕ ਰੈਗੂਲੇਟਰ ਅਥਾਰਟੀਆਂ ਹੋਣੀਆਂ ਚਾਹੀਦੀਆਂ ਨੇ। ਉਹ ਰੈਗੂਲੇਟਰੀ ਅਥਾਰਟੀਆਂ ਕੰਮ ਕਰਨ ਕਿ ਪ੍ਰਾਈਵੇਟ ਅਦਾਰੇ ਕਿਵੇਂ ਚੱਲ ਰਹੇ, ਜਿਹੜੇ ਵਧੀਆ ਕਰ ਰਹੇ ਨੇ, ਬਹੁਤ ਸਾਰੇ ਵਧੀਆ ਅਦਾਰੇ ਨੇ ਪ੍ਰਾਈਵੇਟ ਜਿਹੜੇ ਵਧੀਆ ਕੰਮ ਕਰ ਰਹੇ ਨੇ, ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਜਿਹੜੇ ਪ੍ਰਾਈਵੇਟ ਅਦਾਰੇ ਵਧੀਆ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰੋ। ਉਹਨਾਂ ਨੂੰ ਹੋਰ ਜਿਹੜੇ ਕੁਆਲਿਟੀ ਐਜੂਕੇਸ਼ਨ ਤੇ ਕੰਮ ਕਰ ਰਹੇ ਨੇ, ਜਿਹੜੇ ਕੁਆਂਟੀਟੀ ਦੇ ਰੂਪ 'ਚ ਲੱਗੇ ਹੋਏ ਨੇ, ਜਿਨ੍ਹਾਂ ਨੂੰ ਲੱਗਦਾ ਗਿਣਤੀ ਬਸ ਭਰ ਦਿਓ, ਮਤਲਬ ਸਕੂਲਾਂ ਜਿਵੇਂ ਕਮਰੇ ਨਾ ਮੁਰਗਿਆਂ ਨੂੰ ਭਰਿਆ ਹੁੰਦਾ, ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ। ਬਕਾਇਦਾ ਸ਼ਰਤਾਂ ਰੱਖੀਆਂ ਗਈਆਂ ਨੇ ਸਾਰੀਆਂ RTE 'ਚ, ਹੋਰ ਕੋਈ ਫੋਲੋ ਨਹੀਂ ਹੁੰਦੀ। ਕੋਈ ਗਰਾਊਂਡ ਨਹੀਂ ਹੈਗੇ ਸਕੂਲਾਂ 'ਚ ਬਹੁਤ ਸਾਰੇ ਥਾਵਾਂ ਤੇ ਪ੍ਰਾਈਵੇਟ, ਔਰ ਪ੍ਰਾਈਵੇਟ ਸਕੂਲ ਮਾਂ ਬੋਲੀ ਪੰਜਾਬੀ ਦਾ ਜਿਹੜਾ ਕਿਹਾ ਗਿਆ ਕਿ ਆਪਦੀ ਮਾਂ ਬੋਲੀ 'ਚ ਪੜ੍ਹਾਉਣਾ, ਨਹੀਂ ਪੜ੍ਹਾਉਂਦੇ। ਮੋਹਾਲੀ ਦੇ ਮੈਂ ਕਿੰਨੇ ਸਕੂਲ ਦੱਸ ਦਿੰਦਾ ਜਿਹੜੇ ਪੰਜਾਬੀ ਬੋਲੀ ਦੇ ਉੱਤੇ ਨਹੀਂ ਕੰਮ ਕਰ ਰਹੇ। ਤਾਂ ਉਹ ਸਾਰੀਆਂ ਚੀਜ਼ਾਂ ਵੀ ਬੇਨਕਾਬ ਹੋਣੀਆਂ ਚਾਹੀਦੀਆਂ। ਉਹ ਕੰਮ ਕਿਹਦਾ? ਸਰਕਾਰਾਂ ਦਾ। ਪਰ ਕਿਉਂਕਿ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨ ਨੇ ਬਹੁਤ ਤਕੜੇ ਨੇ, ਉਹਨਾਂ ਦੀਆਂ ਸੈਟਿੰਗਾਂ ਵੀ ਹੁੰਦੀਆਂ ਨੇ ਮੰਤਰੀਆਂ ਨਾਲ, ਸਰਕਾਰਾਂ ਦੇ ਨਾਲ, ਇਸ ਕਰਕੇ ਵੀ ਨਹੀਂ ਹੁੰਦਾ। ਪਰ ਬੈਲੈਂਸ ਬਣਾਉਣਾ ਚਾਹੀਦਾ ਪ੍ਰਾਈਵੇਟ ਐਜੂਕੇਸ਼ਨ ਦਾ। ਕੋਈ ਨਹੀਂ ਕਿ ਪ੍ਰਾਈਵੇਟ ਫੀਲਡ 'ਤੇ ਅਸੀਂ ਵਿਰੋਧੀ ਹਾਂ, ਪ੍ਰਾਈਵੇਟ ਫੀਲਡ ਨਾ ਹੋਵੇ, ਪਰ ਸਰਕਾਰ ਬੈਲੈਂਸ ਬਣਾ ਕੇ ਰੱਖੇ, ਕੋਈ ਗਰੀਬ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹੇ। RTE ਨੂੰ ਨਾ ਪ੍ਰਾਈਵੇਟ ਇੰਸਟੀਟਿਊਸ਼ਨਾਂ 'ਚ ਵੀ ਪ੍ਰੋਪਰਲੀ ਲਾਗੂ ਕਰਾਵੇ। ਪ੍ਰੋਪਰਲੀ ਜਿਹੜਾ ਕੋਟੇ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਉੱਥੇ ਪੜ੍ਹਾਈ ਹੋਣੀ ਚਾਹੀਦੀ ਹੈ, ਗਰੀਬਾਂ ਦੇ ਜਿਹੜੇ ਬਹੁਤ ਜ਼ਿਆਦਾ ਗਰੀਬ ਹੁੰਦੇ ਨੇ, ਉਹਨਾਂ ਦਾ ਹੋਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਸਰਕਾਰਾਂ ਦਾ ਇੱਕ ਰੈਗੂਲੇਟਰੀ ਅਥਾਰਟੀ, ਸਰਕਾਰਾਂ ਦਾ ਇੱਕ ਪ੍ਰਭਾਵ ਹੋਣਾ ਚਾਹੀਦਾ। ਇਹ ਰਿਪੋਰਟਾਂ ਨਾਲ ਕੰਮ ਨਹੀਂ ਚੱਲਣਾ ਕਿ ਸੈਂਟਰ ਸਰਕਾਰ ਨੇ ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਆਪਾਂ ਸਾਰੇ ਬਾਈ। ਯਾਨੀ ਸੈਂਟਰ ਸਰਕਾਰ ਕਿਹਨੂੰ ਖੁਸ਼ ਕਰ ਰਹੀ ਹੈ? ਪੰਜਾਬ ਨੂੰ। ਪੰਜਾਬ ਕਿਹਨੂੰ ਤਾੜੀਆਂ ਮਾਰੂ? ਸੈਂਟਰ ਨੂੰ। ਸਰਕਾਰਾਂ ਹੀ ਸਰਕਾਰਾਂ ਨੂੰ ਖੁਸ਼ ਕਰ ਰਹੀਆਂ ਨੇ। ਸਰਕਾਰ ਦੀ ਇੱਕ ਰਿਪੋਰਟ ਦੂਜੀ ਸਰਕਾਰ ਨੂੰ ਕਹਿ ਰਹੀ ਹੈ। ਐ ਨਹੀਂ ਕੰਮ ਚੱਲਣਾ। ਔਰ ਦੇਸ਼ ਦੇ ਅੰਦਰ ਪੋਖਰਿਆਲ ਨੇ ਜਿਹੜੇ ਬੜੇ ਸਾਹਿਤਕਾਰ ਵੀ ਨੇ, ਇਹ ਜਿਹੜੇ ਰਮੇਸ਼ ਪੋਖਰਿਆਲ ਇਸ ਟਾਈਮ HRD ਮਿਨਿਸਟਰ ਨੇ ਉੱਤਰਾਖੰਡ ਦੇ ਨੇ, ਬੜੇ ਸਾਹਿਤਕਾਰ ਵੀ ਨੇ, ਲਿਖਦੇ ਨੇ। ਇਹਨਾਂ ਨੂੰ ਤਾਂ ਜ਼ਿਆਦਾ ਸਮਝ ਹੋਣੀ ਚਾਹੀਦੀ ਹੈ ਭਾਈ। ਸਾਹਿਤਕਾਰ ਬੰਦਾ ਜ਼ਿਆਦਾ ਸੈਂਸਿਟਿਵ ਹੁੰਦਾ, ਜ਼ਿਆਦਾ ਸਮਝਦਾ ਹੁੰਦਾ ਚੀਜ਼ਾਂ ਨੂੰ। ਉਹਨੂੰ ਪਤਾ ਹੋਣਾ ਚਾਹੀਦਾ ਕਿ ਦੇਸ਼ 'ਚ ਐਜੂਕੇਸ਼ਨ ਦਾ ਕੀ ਹਾਲ ਆ। ਬਹੁਤ ਬੁਰਾ ਹਾਲ ਹੈ। ਜਦੋਂ ਤੱਕ ਅਸੀਂ ਆਪਣੀ ਪ੍ਰਾਇਮਰੀ ਐਜੂਕੇਸ਼ਨ ਨੂੰ, ਜਦੋਂ ਅਸੀਂ ਕਿਸੇ ਵੀ ਗਰੀਬ ਤੋਂ ਗਰੀਬ ਘਰ ਦੇ ਬੱਚੇ ਨੂੰ ਇਹ ਨਹੀਂ ਕਹਾਂਗੇ ਕਿ ਉਹਦਾ ਪੜ੍ਹਨਾ ਬਹੁਤ ਜ਼ਰੂਰੀ ਹੈ, ਔਰ ਸਾਡੀ ਜ਼ਿੰਮੇਵਾਰੀ ਨਾਲ ਨਹੀਂ ਕਹਾਂਗੇ ਕੋਈ ਅਨਪੜ੍ਹ ਨਾ ਰਹੇ। ਡਾਕਟਰ ਅੰਬੇਦਕਰ ਨੇ, ਉਸ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਬਹੁਤ ਜ਼ਬਰਦਸਤ ਜ਼ੋਰ ਦਿੱਤਾ ਸੀ ਕਿ ਐਜੂਕੇਸ਼ਨ ਕਿੱਡੀ ਤਾਕਤਵਰ। ਉਹ ਕਹਿੰਦੇ ਸੀ ਪੜ੍ਹਾਈ ਉਹ ਦੁੱਧ ਆ ਜਾਂ ਉਹ ਸ਼ੇਰਨੀ ਆ ਜਿਹਦਾ ਦੁੱਧ ਪੀ ਕੇ ਹਰ ਬੰਦਾ ਦਹਾੜੇਗਾ। ਇਹ ਉਹਨਾਂ ਦੀ ਕੋਟੇਸ਼ਨ ਆ। ਪੜ੍ਹਾਈ ਉਹ ਸ਼ੇਰਨੀ ਹੈ ਜਿਹਦਾ ਦੁੱਧ ਪੀ ਕੇ ਹਰ ਬੰਦਾ ਦਹਾੜੇਗਾ। ਤਾਂ ਦਹਾੜੇਗਾ ਕਿਵੇਂ? ਜਦੋਂ ਐਜੂਕੇਟ ਹੋਏਗਾ, ਯਾਨੀ ਐਜੂਕੇਟ ਹੋਏਗਾ, ਨੌਲੇਜ ਹੋਏਗੀ, ਸਮਝ ਹੋਏਗੀ, ਉਹ ਗੱਲ ਕਰ ਸਕੇਗਾ ਲੋਕਾਂ ਨਾਲ। ਜੋਤੀਬਾ ਫੂਲੇ, ਉਹਨਾਂ ਦੇ ਜਿਹੜੇ ਸਵਿਤਰੀ ਜੀ, ਕਿਸ ਤਰੀਕੇ ਨਾਲ ਐਜੂਕੇਸ਼ਨ 'ਤੇ ਜ਼ੋਰ ਦਿੱਤਾ। ਬੀਬੀਆਂ ਨੂੰ ਸਭ ਤੋਂ ਪਹਿਲਾਂ ਪੜ੍ਹਾਉਣਾ ਉਹਨਾਂ ਨੇ ਸ਼ੁਰੂ ਕੀਤਾ। ਫਸਟ ਜੇ ਕਿ ਲੇਡੀ ਟੀਚਰ ਉਹੀ ਸੀ, ਜੋਤੀਬਾ ਫੂਲੇ, ਜਿਹੜੇ ਬਹੁਤ ਵੱਡੇ ਇੰਟੈਲੈਕਚੁਅਲ ਹੋਏ ਨੇ, ਜਿਹੜੇ ਵੱਡੇ ਵਿਦਵਾਨ ਦਲਿਤ ਭਾਈਚਾਰੇ ਦੇ। ਉਹਨਾਂ ਨੇ ਵੀ ਇਹ ਗੱਲਾਂ ਸਾਰੀਆਂ ਉਦੋਂ, ਕਿਉਂਕਿ ਉੱਥੇ ਗੱਲਾਂ ਤਾਂ ਹੁੰਦੀਆਂ ਸੀ, ਉਹਨਾਂ ਨੂੰ ਅਹਿਸਾਸ ਸੀ ਇਸ ਗੱਲ ਦਾ। ਜਿੱਥੇ ਗਰੀਬੀ ਹੈ, ਜਿੱਥੇ ਪਤਾ ਕਿ ਐਜੂਕੇਸ਼ਨ ਤੋਂ ਸਾਨੂੰ ਸਦੀਆਂ 'ਚ ਦੂਰ ਰੱਖਿਆ ਗਿਆ ਬਹੁਤ ਸਾਰੇ ਕਾਰਨਾਂ ਕਰਕੇ, ਉਹਦੇ 'ਚ ਪੂਰੇ ਇੱਕ ਥਾਟ ਨੇ ਕਿ ਇਹਨਾਂ ਢੋਲ ਗਵਾਰ ਸੂਦਰ ਨਾਰੀ ਤੀਨੋਂ ਤਾੜਨ ਕੇ ਅਧਿਕਾਰੀ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਸਾਡੇ ਸਾਹਿਤ 'ਚ ਨੇ, ਔਰ ਸਾਡੀ ਧਰਮ ਗ੍ਰੰਥਾਂ ਦੇ ਅੰਦਰ ਵੀ ਨੇ। ਉਹਨਾਂ 'ਚ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਕੀਤਾ ਕਿ ਐਜੂਕੇਸ਼ਨ ਕਿੰਨੀ ਵੱਡੀ ਚੀਜ਼ ਆ। ਐਜੂਕੇਸ਼ਨ ਨਾਲ ਬੰਦਾ ਤਾਕਤਵਰ ਹੁੰਦਾ। ਸਿੱਖਿਅਤ ਬੰਦਾ ਹਮੇਸ਼ਾ ਤਾਕਤਵਰ ਹੋਏਗਾ। ਸਿੱਖਿਅਤ ਬੰਦੇ ਨੂੰ ਗਿਆਨ ਹੋਏਗਾ। ਤਾਂ ਇਹ ਚੀਜ਼ਾਂ ਦੇ ਉੱਤੇ ਸਰਕਾਰਾਂ ਨੂੰ ਕੰਮ ਕਰਨ ਦੀ ਲੋੜ ਆ। ਪ੍ਰਾਈਵੇਟ ਨੂੰ ਵੀ ਔਰ ਸਰਕਾਰੀ ਨੂੰ ਬੈਲੈਂਸ ਬਣਾ ਕੇ ਚੱਲਣ ਦੀ ਲੋੜ ਹੈ। ਔਰ ਸਰਕਾਰਾਂ ਨੂੰ ਇੱਕ ਰੈਗੂਲੇਟਰੀ ਇਸ ਤਰ੍ਹਾਂ ਦੀਆਂ ਅਥਾਰਟੀਆਂ, ਕਾਗਜ਼ਾਂ 'ਚ ਨਹੀਂ, ਕਾਗਜ਼ਾਂ 'ਚ ਬਣਾਉਂਦੇ ਨੇ ਇਹ ਰੈਗੂਲੇਟਰੀ ਅਥਾਰਟੀਆਂ, ਸੱਚਮੁੱਚ ਉਹ ਪ੍ਰੈਕਟੀਕਲੀ ਕੰਮ ਕਰਨ। ਸੱਚਮੁੱਚ ਗਰੀਬਾਂ ਤੋਂ ਗਰੀਬਾਂ ਦੇ ਬੱਚਿਆਂ ਨੂੰ ਲੈ ਕੇ, ਭੱਠਾ ਮਜ਼ਦੂਰ ਦਾ ਬੱਚਾ ਹੋਵੇ, ਜਿਹਦਾ ਗਰੀਬ ਤੋਂ ਗਰੀਬ ਦਾ ਬੱਚਾ ਵੀ ਆ ਕੇ ਉੱਚ ਜਿਹੜੀ ਸਿੱਖਿਆ, ਜਿਹੜੀ ਹਾਇਰ ਐਜੂਕੇਸ਼ਨ ਆ, ਉਹਨੂੰ ਹਾਸਿਲ ਕਰੇ। ਉਹ ਵੀ ਉਨਾ ਹੀ ਉਹਦਾ ਅਧਿਕਾਰ ਹੈ ਕਨਸਟੀਟਿਊਸ਼ਨ ਦੇ ਮੁਤਾਬਕ ਜਿੰਨਾ ਕਿਸੇ ਅਮੀਰ ਦਾ। ਇਸ ਕਰਕੇ ਜ਼ਰੂਰੀ ਹੈ ਉਹ ਇਲਾਹਾਬਾਦ ਹਾਈ ਕੋਰਟ ਦੀ ਜਜਮੈਂਟ ਨੂੰ ਵੀ ਉਹ ਕਰਨ ਦਾ ਕਿ ਵਾਕਈ ਪ੍ਰੈਕਟੀਕਲ ਤਰੀਕੇ ਨਾਲ ਚੀਜ਼ਾਂ ਹੋਣ। ਤੁਹਾਨੂੰ ਕੀ ਲੱਗਦਾ ਘਾਟ ਕਿੱਥੇ ਆ? ਸਾਡਾ ਐਜੂਕੇਸ਼ਨ ਸਿਸਟਮ ਕਿਵੇਂ ਦਾ ਹੋਣਾ ਚਾਹੀਦਾ ਹੈ? ਦੇਖੋ, ਮੇਰਾ ਮੰਨਣਾ ਤਾਂ ਹੈ ਕਿ ਸਾਡਾ ਐਜੂਕੇਸ਼ਨ ਦੇ ਟੋਟੈਲਿਟੀ 'ਚ ਗੱਲ ਕਰੀਏ, ਦੇਖੋ ਇਹ ਤਾਂ ਬਣਿਆ ਹੋਇਆ ਇੱਕ ਸਿਸਟਮ ਹੈ, ਤਾਂ ਹੀ ਇੱਕੋ ਦਮ ਚੇਂਜ ਹੋ ਜੀ। ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ ਬੇਸਿਕਲੀ ਉਹ ਟ੍ਰੇਨਿੰਗ ਸਿਸਟਮ ਆ, ਉਹ ਐਜੂਕੇਸ਼ਨ ਨਹੀਂ ਆ।
ਐਜੂਕੇਸ਼ਨ ਇਹ ਨਹੀਂ ਹੁੰਦੀ, ਇਹ ਟ੍ਰੇਨਿੰਗ ਆ। ਮੈਥ ਸਿਖਾਤਾ, ਸਾਇੰਸ ਕੇ ਸਿੱਖਣਾ ਇਹ ਜ਼ਰੂਰੀ ਹੈ, ਟ੍ਰੇਨਡ ਕੀਤੇ ਜਾਂਦੇ ਇਹ ਨੇ ਟ੍ਰੇਨਡ ਆ। ਨੌਲੇਜ ਜਿਹੜੀ ਹੈਗੀ, ਇਨਫੋਰਮੇਸ਼ਨ ਤੇ ਨੌਲੇਜ 'ਚ ਫਰਕ ਹੁੰਦਾ। ਸੂਚਨਾ ਇੱਕ ਚੀਜ਼ ਆ, ਗਿਆਨ ਇੱਕ ਚੀਜ਼ ਆ। ਅੱਜ ਕੱਲ੍ਹ ਗੂਗਲ ਤੋਂ ਬੰਦਾ ਗੂਗਲ ਸੂਚਨਾ, ਗਿਆਨ ਬੰਦੇ ਨੂੰ ਉਦੋਂ ਆਉਂਦਾ ਜਦੋਂ ਗਿਆਨ ਦੇ ਕਪਾਟ ਉਦੋਂ ਖੁੱਲ੍ਹਦੇ ਆ, ਜਦੋਂ ਗਿਆਨ ਦੇ ਨਾਲ ਇੱਕ ਰਿਸ਼ਤਾ ਕਾਇਮ ਕਰਦਾ। ਸਾਡੀ ਜਿਹੜੀ ਪੂਰੀ ਐਜੂਕੇਸ਼ਨ ਆ ਉਹ ਇੱਕ ਟ੍ਰੇਨਿੰਗ ਸਿਸਟਮ ਆ। ਇਹ ਤਾਂ ਪੂਰੇ ਮਾਡਲ ਦੀ ਗੱਲ ਕਰ ਰਹੇ ਹਾਂ, ਇਹ ਤਾਂ ਮਾਡਲ ਬਦਲਣ ਦੇ ਉੱਤੇ ਤਾਂ ਇੱਕ ਵੱਡੀ ਡਿਬੇਟ ਦੁਨੀਆ 'ਚ ਹੁੰਦੀ ਹੈ। ਮੈਂ ਉਸ ਰੈਫਰੈਂਸ ਨਾਲ ਗੱਲ ਕਰ ਰਿਹਾ ਕਿ ਜਿਹੜਾ ਸਾਡਾ ਪੂਰਾ ਐਜੂਕੇਸ਼ਨ ਸਿਸਟਮ ਇੱਥੋਂ ਦਾ ਹੀ ਨਹੀਂ, ਵੈਸਟ ਦਾ, ਮੈਕਾਲੇ ਦਾ ਜਿਹੜਾ ਥਿਊਰੀ ਸੀ ਕੀ ਹੈਗਾ ਕਿ ਕਲਰਕ ਪੈਦਾ ਕਰ ਦਿਓ। ਸਾਡਾ ਐਜੂਕੇਸ਼ਨ ਸਿਸਟਮ ਕੀ ਪੈਦਾ ਕਰਦਾ? ਕਲਰਕ ਪੈਦਾ ਕਰਦਾ। ਵਿਦਵਾਨ ਕਿਉਂ ਨਹੀਂ ਪੈਦਾ ਕਰਦਾ? ਗਿਆਨੀ ਕਿਉਂ ਨਹੀਂ ਪੈਦਾ ਕਰਦਾ? ਕਲਰਕਾਂ ਨੂੰ ਪੈਦਾ ਕਰਦਾ। ਉਹ ਸਿਖਾਉਂਦਾ ਮੈਥ ਸਿੱਖ ਲਓ ਕਲਰਕ ਬਣ ਜਾਓ, ਸਾਇੰਸ ਸਿੱਖ ਲਓ ਸਾਇੰਸ ਪੜ੍ਹਾ ਦਿਓ। ਠੀਕ ਆ, ਮੈਂ ਨਹੀਂ ਕਹਿੰਦਾ ਸਾਰੇ ਵਿਸ਼ੇ ਜ਼ਰੂਰੀ ਨੇ, ਸਾਰੇ ਉਹ ਆ, ਪਰ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ ਉਹ ਟ੍ਰੇਨਿੰਗ ਆ। ਸਾਨੂੰ ਪਹਿਲੀ ਤੋਂ ਲੈ ਕੇ MA ਤੱਕ ਟ੍ਰੇਨਿੰਗ ਦਿੱਤੀ ਜਾਂਦੀ ਆ। MA ਚਲੋ ਵੱਖਰੀ ਗੱਲ ਆ, ਹਾਇਰ ਐਜੂਕੇਸ਼ਨ 'ਚ ਆ ਕੇ ਬੰਦੇ ਆਪਣੇ ਆਪ ਨੂੰ ਐਕਸਪਲੋਰ ਕਰਦੇ ਨੇ, ਪਰ ਅਸੀਂ ਪਹਿਲੀ ਤੋਂ ਲੈ ਕੇ 12ਵੀਂ ਤੱਕ ਟ੍ਰੇਨਿੰਗ ਲੈਂਦੇ ਹਾਂ। ਟ੍ਰੇਨਿੰਗ ਵੀ ਜ਼ਰੂਰੀ ਹੁੰਦੀ ਹੈ, ਪਰ ਟ੍ਰੇਨਿੰਗ 'ਚ ਵੀ ਇੰਟਰਸਟ ਹੋਣੇ ਚਾਹੀਦੇ ਨੇ। ਉਹ ਜਿਵੇਂ ਦੁਨੀਆ ਭਰ ਦੇ ਜੋ ਤੁਸੀਂ ਐਜੂਕੇਸ਼ਨ ਸਿਸਟਮ ਸਟੱਡੀ ਕਰਦੇ ਹੋ, ਜਿਵੇਂ ਮੈਂ ਫਿਨਲੈਂਡ ਦੀ ਗੱਲ ਕਰ ਰਿਹਾ, ਕਿਉਂ ਕਰ ਰਹੇ ਹਾਂ ਅਸੀਂ ਉਹਨਾਂ ਦੀ ਗੱਲ, ਉੱਥੇ ਇਹ ਇੰਟਰਸਟ ਦੇਖੇ ਜਾਂਦੇ ਨੇ ਬੱਚਿਆਂ ਦੇ। ਇਹ ਨਹੀਂ ਕਿ ਚੱਕ ਕੇ ਤੁਸੀਂ ਪੱਕਾ ਹਰ ਬੰਦੇ ਦਾ ਜਿਹਦਾ ਜੋ ਮਰਜ਼ੀ ਇੰਟਰਸਟ ਆ ਬੱਚੇ ਦਾ ਚੱਕ ਕੇ ਤੁਸੀਂ ਪਾ ਦਿੰਦੇ ਹੋ ਉਹਨੂੰ। ਦੂਜੀ ਤੀਜੀ 2-3 ਸਾਲ ਦਾ ਹੁੰਦਾ ਉਹ ਜਾਣ ਲੱਗ ਜਾਂਦਾ, ਤੁਹਾਡੀ ਨਰਸਰੀ ਪ੍ਰੀ ਨਰਸਰੀ ਉਹਦੇ ਥੋਪੀ ਜਾਂਦੇ ਹੋ ਤੁਸੀਂ। ਜਿਹੜੀ ਤੁਹਾਡੀ ਐਜੂਕੇਸ਼ਨ ਆ ਉਹ ਐਜੂਕੇਸ਼ਨ ਹੋਣੀ ਚਾਹੀਦੀ। ਐਜੂਕੇਸ਼ਨ ਕੀ? ਸਿੱਖਿਅਤ ਹੋਣਾ, ਟ੍ਰੇਨਡ ਹੋਣਾ ਨਹੀਂ ਹੈਗਾ। ਸਿਖਲਾਈ ਹੋਣਾ ਇੱਕ ਅਲੱਗ ਗੱਲ ਆ। ਕਿਸੇ ਵਿਸ਼ੇ ਦੀ ਮੈਨੂੰ ਸਿਖਲਾਈ ਹੈ, ਕਿਸੇ ਵਿਸ਼ੇ ਤੇ ਮੇਰੀ ਅੰਡਰਸਟੈਂਡਿੰਗ ਸਿੱਖਿਆ, ਕਿਸੇ ਵਿਸ਼ੇ ਦੀ ਸਿਖਲਾਈ ਸਿੱਖਿਆ ਨਹੀਂ ਹੈਗੀ। ਇਹ ਵਿਸ਼ਿਆਂ ਦੀ ਸਿਖਲਾਈ ਦਿੱਤੀ ਗਈ। ਇਵਨ ਕਿ ਜਰਨਲਿਜ਼ਮ 'ਚ ਵੀ ਮੈਂ ਤਾਂ ਕਹਿਣਾ ਹੁੰਦਾ ਇਹ ਵੀ ਸਿਖਲਾਈ ਹੈ ਇੱਕ। ਉਹ ਦੇਤੀ, ਉਹ ਫਾਰਮੈਲਿਟੀਆਂ ਨੇ ਕਰਨੀਆਂ ਪੈਂਦੀਆਂ ਨੇ, ਕਰ ਲਈਆਂ MA, ਕਰ ਲਈਆਂ BA, ਉਹ ਕੀ ਇੱਕ ਟ੍ਰੇਨਿੰਗ ਆ। ਪਰ ਜੇ ਤੁਸੀਂ ਜਰਨਲਿਜ਼ਮ ਬਾਰੇ ਅੰਡਰਸਟੈਂਡਿੰਗ ਬਣਾਉਣੀ ਆ ਤਾਂ ਤੁਹਾਨੂੰ ਇਕਨੋਮਿਕਸ ਤੋਂ ਲੈ ਕੇ ਸਾਈਕੋਲੋਜੀ ਤੱਕ ਪਤਾ ਹੋਣਾ ਚਾਹੀਦਾ। ਤੁਹਾਨੂੰ ਕਾਰਲ ਮਾਰਕਸ ਤੋਂ ਲੈ ਕੇ ਜਿੱਦੂ ਕ੍ਰਿਸ਼ਨਾ ਮੂਰਤੀ ਤੱਕ ਪਤਾ ਹੋਣਾ ਚਾਹੀਦਾ। ਤੁਹਾਨੂੰ ਪਦਾਰਥਵਾਦ ਤੋਂ ਲੈ ਕੇ ਅਧਿਆਤਮਵਾਦ ਦੀ ਹਰ ਧਾਰਾ ਬਾਰੇ ਪਤਾ ਹੋਣਾ ਚਾਹੀਦਾ। ਉਹ ਤਾਂ ਬਣਦੀ ਜੇ ਤੁਸੀਂ ਖੁਦ ਸਿੱਖਿਅਤ ਹੁੰਦੇ ਹੋ। ਨਹੀਂ ਫਿਰ ਤੁਸੀਂ ਉਹ ਵੀ ਮੈਂ ਮਾਸ ਕਮਿਊਨੀਕੇਸ਼ਨ ਪੜ੍ਹ ਲਿਆ, ਮੈਂ PR ਪੜ੍ਹ ਲਈ, ਮੈਂ ਉਹ 'ਚ ਕੁਛ ਨਹੀਂ ਗਾ। ਉਸੇ ਤਰ੍ਹਾਂ ਦੀ ਉਹ ਸਾਰੀ ਟ੍ਰੇਨਿੰਗ ਆ ਜਿਹੜੀ ਸਾਡੀ, ਜਿਹੜੀ ਪਹਿਲੀ ਤੋਂ ਲੈ ਕੇ ਹੁੰਦੀ ਆ ਸਾਡੀ। ਇਹ ਟ੍ਰੇਨਿੰਗ ਸਿਸਟਮ ਹੈ, ਐਜੂਕੇਸ਼ਨ ਸਿਸਟਮ ਨਹੀਂ ਆ। ਮੈਂ ਇਹ ਮੰਨਦਾ ਇਹਨੂੰ ਐਜੂਕੇਸ਼ਨ ਸਿਸਟਮ ਕਿਵੇਂ ਬਣਾਉਣਾ, ਇਹ ਗੱਲਾਂ ਦੇ ਉੱਤੇ ਇਹਨਾਂ ਸਰਕਾਰਾਂ ਨੂੰ, ਸਾਡੇ ਬੁੱਧੀਜੀਵੀਆਂ ਨੂੰ ਸੈਂਸਿਟਿਵ ਹੋਣ ਦੀ ਲੋੜ ਆ ਕਿ ਸਾਡੇ ਬੱਚੇ, ਕਿਉਂਕਿ ਸਰਕਾਰਾਂ ਕਈ ਵਾਰ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਬੰਦੇ ਐਜੂਕੇਟ ਹੋਣ। ਮੈਕਾਲੇ ਦੀ ਥਿਊਰੀ ਕਿਉਂ ਸੀ? ਮੈਕਾਲੇ ਚਾਹੁੰਦਾ ਸੀ ਕਲਰਕ ਪੈਦਾ ਹੋਣ। ਅੰਗਰੇਜ਼ ਚਾਹੁੰਦੇ ਸੀ ਜੇ ਸਿੱਖਿਅਤ ਹੋ ਗਏ ਭਾਰਤੀ ਤਾਂ ਸਾਨੂੰ ਭਜਾਉਣਗੇ। ਸਿੱਖਿਅਤ ਨਾ ਕਰੋ ਇਹਨਾਂ ਨੂੰ ਕਲਰਕ ਬਣਾਓ। ਉਹੀ ਥਿਊਰੀ ਸਾਡੇ ਚੱਲੀ ਆ ਰਹੀ ਹੈ। ਮੈਕਾਲੇ ਦਾ ਜਿਹੜਾ ਜਿੰਨੀ ਥਿਊਰੀ ਹੈ ਉਹ ਸਾਨੂੰ ਕਲਰਕ ਬਣਾਉਂਦੀ ਹੈ, ਉਹ ਸਾਨੂੰ ਐਜੂਕੇਟ ਨਹੀਂ ਕਰਦੀ। ਇਸ ਕਰਕੇ ਜਿਹੜੀ ਉਹ ਐਜੂਕੇਸ਼ਨ ਆ ਖਾਸ ਤੌਰ ਦੇ ਉੱਤੇ ਐਜੂਕੇਸ਼ਨ ਜ਼ਰੂਰੀ ਹੈ ਅਤੇ ਉਹ ਐਜੂਕੇਸ਼ਨ ਮਾਡਲ ਬਦਲਣੇ ਪੈਣਗੇ। ਉਹਨਾਂ ਮਾਡਲਾਂ 'ਤੇ ਗੱਲ ਕਰਨੀ ਪਏਗੀ। ਥੋੜ੍ਹਾ ਸਾਡੇ ਦਿਮਾਗ ਖੁੱਲ੍ਹੇ ਰੱਖਣੇ ਪੈਣਗੇ ਸਾਨੂੰ। ਯਾਨੀ ਇੱਕ ਐਜੂਕੇਸ਼ਨ ਬਾਰੇ ਤਾਂ ਕਿਹਾ ਜਾਂਦਾ, ਪਰ ਪਿਛਲੇ ਦੌਰ 'ਚ ਬਹੁਤ ਮਾੜੀਆਂ ਚੀਜ਼ਾਂ ਹੋਈਆਂ। ਸਾਡੀਆਂ ਯੂਨੀਵਰਸਿਟੀਆਂ ਨੂੰ ਜਿਸ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤਰੀਕੇ ਨਾਲ ਪੂਰਾ ਐਜੂਕੇਸ਼ਨ ਸਿਸਟਮ ਜਿਹੜਾ ਸਿਖਲਾਈ ਸਿਸਟਮ ਉਹਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਡਾ ਇੱਕ ਖੁੱਲ੍ਹਾ ਮਾਹੌਲ ਹੋਣਾ ਚਾਹੀਦਾ। ਯੂਨੀਵਰਸਿਟੀਆਂ ਕੀ ਹੁੰਦੀਆਂ ਨੇ? ਯੂਨੀਵਰਸਿਟੀਆਂ ਉਹ ਖੁੱਲ੍ਹਾ ਮਾਹੌਲ ਹੁੰਦੀਆਂ ਨੇ ਜਿਹੜਾ ਤੁਹਾਨੂੰ ਅਹਿਸਾਸ ਕਰਾਉਂਦੀਆਂ ਨੇ ਵਿਚਾਰਾਂ ਦੀ ਆਜ਼ਾਦੀ ਦਾ, ਜਿਹੜਾ ਤੁਹਾਨੂੰ ਅਹਿਸਾਸ ਕਰਾਉਂਦੀਆਂ ਨੇ ਦੁਨੀਆ ਨੂੰ ਅੰਡਰਸਟੈਂਡ ਕਰਨ ਦਾ। ਯੂਨੀਵਰਸਿਟੀ ਜਾ ਕੇ, ਕਾਲਜਾਂ ਜਾ ਕੇ ਤੁਸੀਂ ਦੁਨੀਆ ਨੂੰ ਅੰਡਰਸਟੈਂਡ ਕਰਦੇ ਹੋ। ਉਹ ਕਿਤਾਬਾਂ 'ਤੇ ਰੱਟੇ ਮਾਰਨੇ, ਪਰਸੈਂਟੇਜ ਲੈਣੀ। ਸਾਡੇ ਸਭ ਤੋਂ ਇੰਟੈਲੀਜੈਂਟ ਬੱਚਾ ਕਿਸ ਗੱਲ ਦੀ ਚੜ੍ਹਾਈ ਕਰਦਾ? ਮੇਰੇ ਇੰਨੇ ਪਰਸੈਂਟ ਆਏ। ਉਹ ਇੰਨੇ ਪਰਸੈਂਟ ਵਾਲੇ ਨੂੰ ਕੁਝ ਵੀ ਨਹੀਂ ਪਤਾ ਹੁੰਦਾ, ਉਹਨੂੰ ਪੁੱਛੋ। ਕਿਉਂਕਿ ਜਿਵੇਂ ਮੈਂ ਮੰਨਦਾ ਕਿ ਜਰਨਲਿਜ਼ਮ ਕੀ ਹੈ, ਜੇ ਤੁਹਾਨੂੰ ਨਹੀਂ ਪਤਾ ਇਕਨੋਮਿਕਸ ਕੀ ਆ, ਸਾਈਕੋਲੋਜੀ ਕੀ ਆ, ਸੋਸ਼ੀਓਲੋਜੀ ਕੀ ਆ, ਹਿਸਟਰੀ ਕੀ ਆ, ਪੋਲ ਸਾਇੰਸ ਕੀ ਆ, ਕਲਚਰ ਕੀ ਆ, ਰਿਲੀਜਨ ਕੀ ਆ, ਜੇ ਤੁਹਾਨੂੰ ਨਹੀਂ ਪਤਾ ਤੁਸੀਂ ਵਧੀਆ ਜਰਨਲਿਸਟ ਨਹੀਂ ਹੋ ਸਕਦੇ। ਤੁਹਾਨੂੰ ਸਭ ਕੁਝ ਪਤਾ ਹੋਣਾ ਚਾਹੀਦਾ, ਉਹਨਾਂ ਦੇ ਥਿੰਕਰਾਂ ਬਾਰੇ ਪਤਾ ਹੋਣਾ। ਤਾਂ ਪਤਾ ਲੱਗੂ ਜੋ ਤੁਸੀਂ ਐਜੂਕੇਸ਼ਨ ਲਓਗੇ। ਐਜੂਕੇਸ਼ਨ ਫਿਰ ਤੁਸੀਂ ਆਪ ਲੈਂਦੇ ਹੋ, ਨਹੀਂ ਤਾਂ ਫਿਰ ਤੁਸੀਂ ਉਹ ਰੱਟੇ ਮਾਰੇ ਹੁੰਦੇ ਉਹਨਾਂ 'ਚੋਂ ਲੱਗਦਾ ਮੈਂ ਬੜਾ ਬ੍ਰੀਲੀਅੰਟ ਸੀ, ਮੈਂ ਨੰਬਰ 1 ਆਇਆ ਸੀਗਾ। ਨੰਬਰ 1 ਹੋਣਾ ਮਸਲਾ ਨਹੀਂ। ਇਹ ਲੜਾਈ ਹੋਈ ਗਲਤ ਹੈ। ਜਿਹੜਾ ਕੰਪੀਟੀਸ਼ਨ ਦੀ ਭਾਵਨਾ ਪੈਦਾ ਕਰਨਾ ਬੱਚਿਆਂ 'ਚ, ਇਹ ਵੀ ਕੋਈ ਬਹੁਤ ਵਧੀਆ ਗੱਲ ਨਹੀਂ ਆ। ਜਿਹੜੀ ਇਹ ਕੰਪੀਟੀਸ਼ਨ ਦੀ ਭਾਵਨਾ ਨਾ ਕਿ ਇਹ ਨੰਬਰ 1 ਆ ਅਤੇ ਨੰਬਰ 30 ਆ। ਹਰ ਬੰਦੇ 'ਚ ਆਪਣੇ ਆਪਣੇ ਗੁਣ ਹੁੰਦੇ ਨੇ। ਕੰਪੀਟੀਸ਼ਨ ਦੀ ਜਿਹੜੀ ਭਾਵਨਾ ਉਹ ਹੋਣੀ ਚਾਹੀਦੀ ਹੈਗੀ। ਉਹਦੇ ਤਰੀਕੇ ਹੋਰ ਹੋ ਸਕਦੇ ਨੇ, ਪਰ ਜਿਸ ਤਰ੍ਹਾਂ ਦੇ ਸਾਡੇ ਐਜੂਕੇਸ਼ਨ ਸਿਸਟਮ 'ਚ ਵੀ ਇਹਦਾ ਨੰਬਰ ਆ, ਇਹ ਬ੍ਰੀਲੀਅੰਟ ਆ, ਇਹਦੇ ਉਹਦੇ 'ਚ ਉਹ ਕਿਸੇ ਹੋਰ ਪੱਖ ਤੋਂ ਬ੍ਰੀਲੀਅੰਟ ਹੋ ਸਕਦਾ, ਕੋਈ ਕਿਸੇ ਹੋਰ ਪੱਖ ਤੋਂ ਬ੍ਰੀਲੀਅੰਟ ਹੋ ਸਕਦਾ। ਇਸ ਕਰਕੇ ਇਹ ਜਿਹੜੀ ਹੈਗੀ ਕਿ ਜੀ ਇਹ ਨੰਬਰ 1 ਆ ਅਤੇ ਨੰਬਰ 30 ਹੈ, ਇਹ ਨੰਬਰ 20 ਹੈ ਨੰਬਰਾਂ ਦੇ ਹਿਸਾਬ ਨਾਲ, ਇਹ ਬੰਦਿਆਂ 'ਚ ਕੰਪਲੈਕਸ ਪੈਦਾ ਕਰਦੀ ਹੈ। ਇੱਕ ਜੁਰਮ ਆ ਮੈਨੂੰ ਲੱਗਦਾ ਹੁੰਦਾ। ਉਸ ਬੱਚੇ ਨੂੰ ਤੁਸੀਂ 5ਵੀਂ 7ਵੀਂ 'ਚ ਅਹਿਸਾਸ ਕਰਾਉਂਦੇ ਹੋ ਕਿ ਤੂੰ ਕਾਬਲ ਨਹੀਂ ਹੈਗਾ, ਜਿਹਨੇ ਦੁਨੀਆ ਦਾ ਸਭ ਤੋਂ ਕਾਬਲ, ਦੁਨੀਆ ਦੇ ਇਹੋ ਜਿਹੇ ਲੋਕ ਜਿਨ੍ਹਾਂ ਨੇ ਐਜੂਕੇਸ਼ਨ, ਆਈਨਸਟਾਈਨ ਤੋਂ ਲੈ ਕੇ ਤਮਾਮ ਲੋਕ ਦੇਖ ਲਓ ਤੁਸੀਂ, ਬਹੁਤ ਵੱਡੇ ਲੋਕ ਦੁਨੀਆ ਦੇ ਉਹ ਹੋਏ ਨੇ ਜਿਨ੍ਹਾਂ ਜਿਹੜੀ ਇਹ ਫਾਰਮਲ ਐਜੂਕੇਸ਼ਨ ਸੀਗੀ, ਉਹ ਫਾਰਮਲ ਐਜੂਕੇਸ਼ਨ ਛੱਡੀ ਹੋਈ ਸੀ। ਜ਼ਕਰਬਰਗ ਨੇ ਜਿਹੜੇ ਫੇਸਬੁੱਕ ਵਾਲੇ, ਹੋਰ ਬਹੁਤ ਵੱਡੇ ਵੱਖ-ਵੱਖ ਫੀਲਡਾਂ 'ਚ,
ਐਜੂਕੇਸ਼ਨ ਕੀ ਹੈ ਜਿਹੜੀ ਮੈਂ ਗੱਲ ਕਹਿ ਰਿਹਾ, ਐਜੂਕੇਸ਼ਨ ਉਹ ਨਹੀਂ ਆ, ਉਹ ਟ੍ਰੇਨਿੰਗ ਆ। ਤਾਂ ਉਹ ਗੱਲਾਂ ਦੇ ਉੱਤੇ ਵੀ ਸਾਨੂੰ, ਉਹ ਮਾਡਲਾਂ ਦੇ ਉੱਤੇ ਵੀ ਰੀਥਿੰਕ ਕਰਨ ਦੀ ਲੋੜ ਆ ਕਿ ਅਸੀਂ ਆਪਣੀ ਇਸ ਸਿਖਲਾਈ ਸਿਸਟਮ ਨੂੰ, ਇਸ ਟ੍ਰੇਨਿੰਗ ਸਿਸਟਮ ਨੂੰ ਜਿਹੜਾ ਚੱਲ ਰਿਹਾ, ਇਹਨੂੰ ਐਜੂਕੇਸ਼ਨ 'ਚ ਕਿਵੇਂ ਬਦਲੀਏ ਔਰ ਕਿਵੇਂ ਬਿਹਤਰ ਹੋ ਸਕਦਾ, ਕਿਵੇਂ ਸਾਡਾ ਸਮਾਜ ਅਮੀਰ ਹੋ ਸਕਦਾ, ਕਿਵੇਂ ਸਾਡਾ ਪੰਜਾਬ ਅਮੀਰ ਹੋ ਸਕਦਾ, ਕਿਵੇਂ ਸਾਡਾ ਦੇਸ਼ ਅਮੀਰ ਹੋ ਸਕਦਾ। ਤਾਂ ਕੇਂਦਰ ਸਰਕਾਰ ਦੇ ਵੱਲੋਂ ਸਕੂਲੀ ਸਿੱਖਿਆ ਖੇਤਰ ਦੇ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਤਾਂ ਐਲਾਨ ਦਿੱਤਾ ਗਿਆ, ਪਰ ਅਸਲ ਦੇ ਵਿੱਚ ਪੰਜਾਬ ਦੇ ਅੰਕੜੇ ਕੁਝ ਹੋਰ ਹੀ ਬਿਆਨ ਕਰਦੇ ਨੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸਕੂਲਾਂ ਦੇ ਵਿੱਚ ਚੰਗੀ ਸਿੱਖਿਆ ਦਿੱਤੀ ਜਾਵੇ ਤਾਂ ਜੋ ਕਿ ਵਿਦਿਆਰਥੀ ਪੜ੍ਹ ਕੇ ਚੰਗਾ ਭਵਿੱਖ ਬਣਾ ਸਕਣ।